ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਮ ਮਰਵਾਹੀ ਧੀਰ ਕੁਛ ਰਹੀ ਪਾਏ ਘਰ ਮਾਹੇ। ਤਉ ਅਦਕ ਚਿੰਤਾ ਹਿਰਦੈ ਜਰੀ ਜਾਤ ਸੋ ਨਾਹੇ। ਇਮ ਮਰਵਾਹੀ ਧੀਰ ਕੁਛ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਜੁਗੋ ਜੋਗੀ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਦੇ ਵੱਡੇ ਭਾਗ ਹਨ ਜੋ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਆਪ ਜੀ ਸ਼ਾਮ ਦੇ ਸਮੇਂ ਦੇ ਸੱਜ ਰਹੇ ਦੀਵਾਨ ਦੇ ਵਿੱਚ ਗੁਰਦੁਆਰਾ ਦੀਵਾਨ ਹਾਲ ਸ਼੍ਰੀ ਮੰਜੀ ਸਾਹਿਬ ਜੀ ਵਿਖੇ ਇਹ ਸਤ ਸੰਗਤ ਦੀਆਂ ਘੜੀਆਂ ਦਾ ਆਪ ਜੀ ਲਾਹਾ ਪ੍ਰਾਪਤ ਕਰ ਰਹੇ ਹੋ। ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਕਰਕੇ ਇਹ ਸਤ ਸੰਗਤ ਦਾ ਲਾਹਾ ਪ੍ਰਾਪਤ ਹੁੰਦਾ ਹੈ। ਉੱਥੇ ਸਾਧ ਸੰਗਤ ਆਪ ਦੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਯਾਤਰਾ ਕਰਦੇ ਹੋਏ ਆਪਣੇ ਤਨ ਮਨ ਧਨ ਨੂੰ ਸਫਲ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋ ਰਹੀ ਹੈ। ਆਓ ਬੜੇ ਪਿਆਰ ਸਤਿਕਾਰ ਦੇ ਸਹਿਤ ਜੋ ਗੁਰਦੁਆਰਾ ਦੀਵਾਨ ਹਾਲ ਸ਼੍ਰੀ ਮੰਜੀ ਸਾਹਿਬ ਜੀ ਵਿਖੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬ ਜੀ ਦੇ ਲੜੀਵਾਰ ਗੁਰ ਇਤਿਹਾਸ ਦੀ ਕਥਾ ਨੂੰ ਆਪ ਜੀ ਸਰਵਣ ਕਰਦੇ ਹੋ। ਸੋ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਰਲ ਮਿਲ ਕਰਕੇ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਜੀਵਨ ਆਪਾਂ ਸਰਵਣ ਕਰ ਰਹੇ ਹਾਂ, ਸੋ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਗੁਰੂ ਸਾਹਿਬ ਜੀ ਦੀ ਕਥਾ ਨੂੰ ਸਰਵਣ ਕਰਕੇ ਆਪਾਂ ਵਡਭਾਗੇ ਬਣੀਏ। ਆਪ ਸਤਿਗੁਰੂ ਦੀ ਕਿਰਪਾ ਕਰਨ, ਰਹਿਮਤ ਕਰਨ, ਆਪ ਆਪਣਾ ਜਸ ਕਰਾਉਣ, ਕਥਾ ਵਿਚਾਰ ਕਰਨ ਦਾ ਅਤੇ ਸਰਵਣ ਕਰਨ ਦਾ ਸਾਨੂੰ ਬਲ ਬਖਸ਼ਣ। ਇਹ ਸਾਧ ਸੰਗਤ ਪਹਿਲਾਂ ਵੀ ਕਈ ਵਾਰਾਂ ਬੇਨਤੀ ਕਰੀ ਦੀ ਹੈ ਵੀ ਜਿਹੜੇ ਦੁਨਿਆਵੀ ਕੰਮ ਕਾਰਜ ਹਨ ਉਹ ਅਸੀਂ ਦੌੜ ਭੱਜ ਕੇ ਆਪਣੇ ਬਲ ਦੇ ਨਾਲ ਕਰ ਲੈਂਦੇ ਹਾਂ। ਕਈ ਵਾਰਾਂ ਸਰੀਰ ਕਿਤਨਾ ਵੀ ਥੱਕਿਆ ਟੁੱਟਿਆ ਹੋਵੇ ਫਿਰ ਵੀ ਸੋਚੀਦਾ ਵੀ 2-4 ਕੰਮ ਨਿਬੇੜ ਲਈਏ। ਪਰ ਸਤਿਗੁਰੂ ਜੀ ਕਹਿੰਦੇ ਕਰਹੁ ਦਇਆ ਤੇਰਾ ਨਾਮ ਵਖਾਣਾ। ਵੀ ਸਤਿਗੁਰੂ ਜੀ ਦਾ ਜਸ ਸੁਣਨਾ, ਅੰਮ੍ਰਿਤ ਵੇਲਾ ਸੰਭਾਲਣਾ, ਨਿਤਨੇਮ ਕਰਨਾ, ਸਤ ਸੰਗਤ ਦੇ ਵਿੱਚ ਜੁੜਨਾ, ਗੁਰੂ ਕੇ ਗੁਣ ਗਾਉਣੇ ਸਾਡੇ ਵੱਸ ਦੀ ਬਾਤ ਨਹੀਂ ਹੈ। ਇਹ ਤਾਂ ਸਤਿਗੁਰੂ ਜੀ ਦੇ ਅੱਗੇ ਤਰਲਾ ਕਰਨਾ ਚਾਹੀਦਾ ਹੈ। ਗਲ ਦੇ ਵਿੱਚ ਪੱਲਾ ਪਾ ਕੇ ਅਰਦਾਸ ਕਰਨੀ ਚਾਹੀਦੀ ਹੈ ਜੋ ਭੱਟ ਕੀਰਤ ਜੀ ਨੇ ਕੀਤੀ ਵੀ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ। ਕਿ ਮਹਾਰਾਜ ਤਰਸ ਕਰੋ, ਦਇਆ ਕਰੋ, ਰਹਿਮਤ ਕਰੋ, ਸਾਨੂੰ ਸਦਾ ਹੀ ਆਪ ਜੀ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖੋ। ਅਤੇ ਜਿਹੜਾ ਸਾਧ ਸੰਗਤ ਗੁਰੂ ਕੀ ਸ਼ਰਨ ਵਿੱਚ ਰਹਿਣ ਲੱਗ ਪੈਂਦਾ ਤਨ ਮਨ ਧਨ ਕਰਕੇ, ਜਿਹਨੇ ਆਪਣਾ ਸਾਰਾ ਕੁਝ ਸਤਿਗੁਰਾਂ ਨੂੰ ਅਰਪਣ ਕਰ ਦਿੱਤਾ ਹੈ, ਤੋ ਭਾਟ ਸਾਹਿਬਾਨ ਕਹਿੰਦੇ ਅਗ ਅੰਤਕ ਬਦੈ ਨ ਸਲ ਕਾਵ ਗੁਰ ਰਾਮਦਾਸ ਤੇਰੀ ਸਰਣ। ਉਹਨਾਂ ਨੂੰ ਫਿਰ ਕੋਈ ਦੁੱਖ ਭੁੱਖ, ਕੋਈ ਤੰਗੀ ਪਰੇਸ਼ਾਨੀ ਜੀਵਨ ਦੀ ਨਹੀਂ ਰਹਿੰਦੀ, ਕੋਈ ਪਾਪ ਉਹਨਾਂ ਦੇ ਨੇੜੇ ਨਹੀਂ ਆਉਂਦੇ ਹਨ। ਜਿਹੜੇ ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ਰਨ ਵਿੱਚ ਆਣ ਕੇ ਪੈ ਜਾਂਦੇ ਹਨ ਉਹ ਫਿਰ ਸਦਾ ਹੀ ਨਿਹਾਲ ਨਿਹਾਲ ਹੁੰਦੇ ਹਨ। ਇਹ ਅਰਦਾਸ ਆਪਾਂ ਕਰਦੇ ਰਹੀਏ, ਸਤਿਗੁਰੂ ਕਿਰਪਾ ਕਰਨ। ਆਓ ਬੜੇ ਪਿਆਰ ਸਤਿਕਾਰ ਦੇ ਨਾਲ
ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੇ ਨਾਲ ਜੁੜੀਏ। ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਤਿਗੁਰਾਂ ਨੇ ਗੁਰਤਾ ਗੱਦੀ ਦਾ ਸਿੰਘਾਸਣ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਦੇ ਪਾਵਨ ਬਚਨ ਹਨ, ਤਖਤ ਰਾਜਾ ਸੋ ਬਹਿ, ਜੇ ਤਖਤੈ ਲਾਇਕ ਹੋਈ। ਇਹ ਤਾਂ ਧੁਰ ਦਰਗਾਹ ਤੋਂ ਹੀ ਚੋਣ ਹੋਈ ਹੈ, ਜਿਨ੍ਹਾਂ ਨੇ ਗੁਰਤਾ ਗੱਦੀ ਦੇ ਤਖਤ ਤੇ ਬਿਰਾਜਮਾਨ ਹੋਣਾ ਹੈ। ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਨੇ ਸਰਵਣ ਕੀਤਾ, ਮਾਤਾਵਾਂ ਨੇ ਵੇਖਿਆ ਵੀ ਸਤਿਗੁਰਾਂ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਛੱਡ ਕੇ, ਆਪਣੇ ਪੁੱਤਰਾਂ ਨੂੰ ਛੱਡ ਕੇ ਇਹ ਗੁਰਤਾ ਗੱਦੀ ਦਾ ਸਿੰਘਾਸਣ ਪੋਤਰੇ ਨੂੰ ਦੇ ਦਿੱਤਾ ਹੈ, ਤਾਂ ਸਾਧ ਸੰਗਤ ਮਾਤਾ ਮਰਵਾਈ ਦੀ, ਜਿਨ੍ਹਾਂ ਦੀ ਕੁੱਖ ਤੋਂ ਪਹਿਲਾਂ ਬਾਬਾ ਟਲ ਰਾਏ ਜੀ ਨੇ ਅਵਤਾਰ ਧਾਰਿਆ ਸੀ, ਉਹ ਫਿਰ ਚਲਾਣਾ ਕਰ ਗਏ ਮਹਾਰਾਜ ਜੀ ਦੇ ਬਚਨਾਂ ਦੇ ਨਾਲ। ਅਤੇ ਫਿਰ ਬਾਬਾ ਸੂਰਜ ਮੱਲ ਜੀ, ਜਿਨ੍ਹਾਂ ਦੀ ਕੁੱਖ ਤੋਂ ਪ੍ਰਗਟ ਹੋਏ। ਇਸ ਤਰ੍ਹਾਂ ਮਾਤਾ ਮਰਵਾਹੀ ਜੀ ਨੇ ਸਤਿਗੁਰੂ ਜੀ ਤੇ ਕੁਝ ਰੋਸ ਕੀਤਾ ਹੈ ਕਿ ਮਹਾਰਾਜ ਤੁਸੀਂ ਗੁਰਤਾ ਗੱਦੀ ਸ਼ਰੀਕਾਂ ਨੂੰ ਦੇ ਦਿੱਤੀ, ਤੁਹਾਡੇ ਸਾਹਿਬਜ਼ਾਦੇ ਕੀ ਕਰਨਗੇ। ਇੱਦਾਂ ਮਾਤਾ ਮਰਵਾਹੀ ਜੀ ਕੀਰਤਪੁਰ ਸਾਹਿਬ ਨਗਰ ਛੱਡ ਕੇ ਤੁਰ ਪਏ। ਫਿਰ ਭਾਈ ਭਾਨਾ ਜੀ ਨੇ ਉਹਨਾਂ ਨੂੰ ਵਾਪਸ ਮੋੜਿਆ ਵੀ ਸਤਿਗੁਰੂ ਤਾਂ ਦਿਆਲੂ ਕਿਰਪਾਲੂ ਹਨ, ਜੇ ਤੁਹਾਡੇ ਮਨ ਦੇ ਅੰਦਰ ਐਸੀ ਵਿਚਾਰ ਹੈ ਵੀ ਤੁਹਾਡੇ ਪੁੱਤਰ ਕੀ ਕਰਨਗੇ, ਇਹ ਗੁਰੂ ਕੇ ਸਾਹਿਬਜ਼ਾਦੇ ਹਨ, ਇਹਨਾਂ ਨੂੰ ਕਿਸ ਤਰ੍ਹਾਂ ਕੋਈ ਘਾਟ ਰਵੇਗੀ। ਤੋ ਸਾਧ ਸੰਗਤ ਫਿਰ ਭਾਈ ਭਾਨਾ ਜੀ ਬਾਬਾ ਸੂਰਜ ਮੱਲ ਜੀ ਨੂੰ ਨਾਲ ਲੈ ਕੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਏ। ਤੇ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਲਾ ਵਰਤਾਈ। ਬਾਬਾ ਸੂਰਜ ਮੱਲ ਜੀ ਨੂੰ ਪੁੱਛਿਆ ਵੀ ਤੁਸੀਂ ਗੁਰੂ ਬਣਨਾ ਚਾਹੁੰਦੇ ਹੋ। ਤਾਂ ਬਾਬਾ ਸੂਰਜ ਮੱਲ ਜੀ ਨੇ ਹੱਥ ਜੋੜ ਕੇ ਆਖਿਆ ਵੀ ਮਹਾਰਾਜ ਪਿਤਾ ਸਤਿਗੁਰੂ ਜੀ, ਸਾਨੂੰ ਸਿੱਖੀ ਦੀ ਦਾਤ ਬਖਸ਼ੋ। ਸੋ ਸਾਧ ਸੰਗਤ ਜਿਨ੍ਹਾਂ ਗੁਰਸਿੱਖੀ ਮੰਗ ਲਈ ਉਹ ਸਾਰਿਆਂ ਤੋਂ ਮਹਾਨ ਹਨ। ਤੋ ਫਿਰ ਮਹਾਰਾਜ ਜੀਆਂ ਨੇ ਪ੍ਰਸੰਨ ਹੋ ਕੇ ਆਖਿਆ ਵੀ ਜਿਹੜੀ ਤੁਹਾਡੀ ਅੰਸ਼ ਬੰਸ ਹੈ ਉਹ ਬੜਾ ਮਾਣ ਸਤਿਕਾਰ ਪ੍ਰਾਪਤ ਕਰੇਗੀ, ਤੁਹਾਡਾ ਖਾਨਦਾਨ ਬੜਾ ਵਧੇ ਫੁੱਲੇਗਾ, ਬੜਾ ਮਾਣ ਸਤਿਕਾਰ ਪ੍ਰਾਪਤ ਕਰੇਗਾ। ਕਿ ਗੁਰਤਾ ਗੱਦੀ ਤਾਂ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਧੁਰੋਂ ਲਿਖੀ ਉਹਨਾਂ ਨੂੰ ਪ੍ਰਾਪਤ ਹੋਣੀ ਹੈ, ਪਰ ਤੁਹਾਡਾ ਵੀ ਜਿਹੜਾ ਮਾਣ ਸਤਿਕਾਰ ਹੈ ਗੁਰੂ ਸਾਹਿਬਾਨਾਂ ਦੀ ਤਰ੍ਹਾਂ ਹੀ ਹੋਵੇਗਾ। ਗੁਰਸਿੱਖ ਸੰਗਤਾਂ ਤੁਹਾਡਾ ਬੜਾ ਅਦਬ ਕਰਨਗੀਆਂ। ਇੱਦਾਂ ਸਾਧ ਸੰਗਤ ਬਾਬਾ ਸੂਰਜ ਮੱਲ ਜੀ ਫਿਰ ਘਰ ਦੇ ਵਿੱਚ ਆਏ ਹਨ। ਸਤਿਗੁਰੂ ਜੀ ਜਦੋਂ ਬਾਬਾ ਸੂਰਜ ਮੱਲ ਜੀ ਨੇ ਸਿੱਖੀ ਮੰਗੀ, ਛੇਵੇਂ ਪਾਤਸ਼ਾਹ ਜੀ ਬੜਾ ਪ੍ਰਸੰਨ ਹੋਏ ਵੀ ਤੁਸੀਂ ਸਾਰਾ ਕੁਝ ਮੰਗ ਲਿਆ ਹੈ। ਸੋ ਸਾਧ ਸੰਗਤ ਇੱਦਾਂ ਜਦੋਂ ਹੁਣ ਆਣ ਕਰਕੇ ਬਾਬਾ ਸੂਰਜ ਮੱਲ ਜੀ ਆਪਣੇ ਮਾਤਾ ਜੀ ਮਰਵਾਹੀ ਜੀ ਦੇ ਨਾਲ ਮਿਲਦੇ ਹਨ, ਫਿਰ ਉਹਨਾਂ ਜਾਣਿਆ ਵੀ ਸਤਿਗੁਰਾਂ ਦੇ ਬਚਨ ਨਿਸਫਲ ਨਹੀਂ ਜਾਂਦੇ। ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਵੀ ਜੋ ਗੁਰੂ ਸਾਹਿਬ ਜੀ ਦੀ ਰਸਨਾ ਤੋਂ ਬਚਨ ਹੋ ਜਾਂਦਾ ਹੈ ਉਹ ਅਟਲ ਹੁੰਦਾ ਹੈ, ਉਹ ਅਮਿਟ ਹੁੰਦਾ ਹੈ, ਉਹ ਕੱਟਿਆ ਨਹੀਂ ਜਾ ਸਕਦਾ, ਮਿਟਦਾ ਨਹੀਂ ਹੈ। ਉਹ ਫਿਰ ਉਸੇ ਤਰ੍ਹਾਂ ਹੀ ਕਲਾ ਵਰਤਦੀ ਹੈ। ਸੋ ਸਾਧ ਸੰਗਤ ਆਓ ਦੇਵੇਂ ਅੱਗੇ ਇਹ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਕਥਾ ਵਿਚਾਰ ਆਰੰਭ ਹੋ ਰਹੀ ਹੈ। ਮਾਤਾ ਮਰਵਾਈ ਜੀ ਤੋਂ ਉਪਰੰਤ ਫਿਰ ਮਾਤਾ ਨਾਨਕੀ ਜੀ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਛੇਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਨਗੇ ਕਿ ਮਹਾਰਾਜ ਤੁਸੀਂ ਗੁਰਤਾ ਗੱਦੀ ਆਪਣੇ ਪੋਤਰੇ ਨੂੰ ਬਖਸ਼ੀ ਹੈ, ਇਹ ਤੁਹਾਡੇ ਸਾਹਿਬਜ਼ਾਦੇ ਕਿਸ ਤਰ੍ਹਾਂ ਗੁਜਰਾਨ ਕਰਨਗੇ ਅਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਕਿਵੇਂ ਉਹਨਾਂ ਨੂੰ ਧੀਰਜ ਦਿੰਦੇ ਆ ਉਹ ਪਿਆਰ ਦੇ ਸਹਿਤ। ਇਹ ਸਾਧ ਸੰਗਤ ਇਹ ਪ੍ਰਸੰਗ ਸਰਵਣ ਕਰੀਏ, ਕਿਉਂਕਿ ਸਤਿਗੁਰੂ ਮਹਾਰਾਜ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ ਵੀ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇਹ ਜੋ ਘਰਾਂ ਪਰਿਵਾਰਾਂ ਦੇ ਅੰਦਰ ਇਹ ਸਾਧ ਸੰਗਤ ਜੋ ਕੁਝ ਗ੍ਰਸਤ ਦੇ ਅੰਦਰ ਇਹ ਵਰਤਦਾ ਹੈ ਵੀ ਸੰਘਰਸ਼ ਜੀਵਨ ਦਾ, ਵਾਰ-ਵਾਰ ਗੁਰੂ ਦੇ ਅੱਗੇ ਅਰਦਾਸ ਕਰਨੀ, ਇਹ ਜਿਹੜੇ ਮਸਲੇ ਹਨ ਭਾਵ ਵੀ ਕਾਰਜ ਉਹਨਾਂ ਨੂੰ ਬੜੀ ਸਾਵਧਾਨਤਾ ਦੇ ਨਾਲ ਕਰਨਾ, ਪਰਿਵਾਰ ਦੀਆਂ ਜ਼ਿੰਮੇਵਾਰੀਆਂ। ਪਰ ਗੁਰੂ ਸਾਹਿਬ ਜੀ ਦੀ ਜਿਹੜੀ ਜੋਤ ਹੈ ਉਹ ਪੰਜ ਭੂਤਕ ਸਰੀਰ ਨਹੀਂ ਹੈ,
ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹਨ। ਭੱਟ ਸਾਹਿਬਾਨਾਂ ਨੇ ਆਖਿਆ ਨਾ, ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ, ਆਦ ਰੂਪ ਪੋਖਣ ਭਰਨੰ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਰੀਰ ਇਹ ਪ੍ਰਤੱਖ ਹੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੀਰ ਹੈ। ਫਿਰ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਥਾਏ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਫਿਰ ਇਸੇ ਤਰ੍ਹਾਂ ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਾਹੋ ਪਰਉਪਕਾਰੀ। ਛੇਵੇਂ ਪਾਤਸ਼ਾਹ ਜੀ ਦੇ ਪ੍ਰਥਾਏ ਬਚਨ। ਪ੍ਰਸਾਦ ਸੰਗਤ ਦੀ ਜਿਹੜੀ ਕਥਾ ਹੈ ਵੀ ਜੋ ਗ੍ਰਸਤੀ ਜੀਵਨ ਦੇ ਅੰਦਰ ਜੋ ਕੁਝ ਵਰਤਦਾ ਹੈ, ਉਸ ਦੀ ਫਿਰ ਧੀਰਜਤਾ ਦੇ ਨਾਲ ਜ਼ਿੰਮੇਵਾਰੀ ਨੂੰ ਨਿਭਾਉਣਾ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ। ਇਹ ਪਵਿੱਤਰ ਜਿਹੜਾ ਸਤਿਗੁਰੂ ਜੀ ਦੇ ਜੀਵਨ ਦਾ ਇਹ ਪ੍ਰਸੰਗ ਆ ਰਿਹਾ, ਆਪਾਂ ਸਰਵਣ ਕਰੀਏ। ਜਿਵੇਂ ਮਾਤਾਵਾਂ ਸਤਿਗੁਰੂ ਜੀ ਨੂੰ ਬੇਨਤੀ ਕਰਦੀਆਂ ਹਨ ਅਤੇ ਮਹਾਰਾਜ ਜੀ ਅੱਗਿਓਂ ਉਹਨਾਂ ਦੇ ਸ਼ੰਕੇ ਨਿਵਰਤ ਕਰਦੇ ਹਨ, ਅਸੀਸ ਬਖਸ਼ਿਸ਼ ਕਰਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇਮ ਮਰਵਾਹੀ ਧੀਰ ਕੁਛ ਰਹੀ, ਪਾਏ ਘਰ ਮਾਹੇ। ਜਦੋਂ ਮਾਤਾ ਮਰਵਾਹੀ ਜੀ ਨੂੰ ਪਤਾ ਲੱਗਾ ਵੀ ਸਾਡੇ ਸਾਹਿਬਜ਼ਾਦੇ ਸੁਪੁੱਤਰ ਬਾਬਾ ਸੂਰਜਮਲ ਜੀ ਨੂੰ ਛੇਵੇਂ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਇਹ ਵਰਦਾਨ ਬਖਸ਼ਿਆ ਵੀ ਤੁਹਾਡੀ ਅੰਸ਼ ਬੰਸ ਬੜਾ ਵਧੇ ਫੁੱਲੇਗੀ, ਬੜਾ ਮਾਣ ਸਤਿਕਾਰ ਤੁਹਾਡੇ ਅੱਗੇ ਪਰਿਵਾਰ ਦੇ ਜੀਆਂ ਨੂੰ ਪ੍ਰਾਪਤ ਹੋਵੇਗਾ। ਇੱਦਾਂ ਕੁਝ ਧੀਰਜ ਮਾਤਾ ਮਰਵਾਹੀ ਜੀ ਨੇ ਪ੍ਰਾਪਤ ਕੀਤਾ ਤੇ ਫਿਰ ਵੀ ਪਹਿਲਾਂ ਨਗਰ ਛੱਡ ਕੇ ਚਲੇ ਜਾਣ ਲੱਗੇ ਸਨ, ਫਿਰ ਧੀਰਜ ਧਾਰ ਕੇ ਆਪਣੇ ਘਰ ਵਿਖੇ ਰਹੇ ਹਨ। ਤਉ ਅਦਕ ਚਿੰਤਾ ਹਿਰਦੈ, ਜਰੀ ਜਾਤ ਸੋ ਨਾਹੇ। ਤੈ ਵੀ ਸਾਧ ਸੰਗਤ ਹੁਣ ਦੇਖੋ ਵੀ ਇਹ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਸਿੰਘਾਸਣ ਪ੍ਰਾਪਤ ਹੋ ਗਿਆ ਤੇ ਬੜੀ ਚਿੰਤਾ ਹੈ ਵੀ ਸਾਡੇ ਸਾਹਿਬਜ਼ਾਦੇ ਇਹ ਤਾਂ ਖਾਲੀ ਰਹਿ ਗਏ, ਜਿਹੜੇ ਅੱਗੇ ਹੋ ਕੇ ਜ਼ਿੰਮੇਵਾਰੀ ਨਿਭਾਉਂਦੇ ਸਨ। ਇਹ ਬੜੀ ਚਿੰਤਾ ਹੈ। ਇਹ ਜਿਹੜੀ ਉਲਟੀ ਗੱਲ ਹੋਈ ਜਰੀ ਨਹੀਂ ਜਾ ਰਹੀ ਹੈ। ਚਉਪਈ ਪੂਰਬ ਸੂਰਤ ਵਿਪਰੈ ਹੋਵਾ। ਅਤੇ ਮਾਤਾ ਮਰਵਾਹੀ ਜੀ ਕੁਝ ਸੋਚ ਵਿਚਾਰ ਦੇ ਵਿੱਚ ਝੂਰਦੇ ਹਨ ਵੀ ਇਹ ਤਾਂ ਬਿਲਕੁਲ ਉਲਟੀ ਗੱਲ ਹੋਈ ਹੈ। ਛੂਛਾ ਆਪਨ ਪੁੱਤਰ ਕੋ ਜੋਵਾ। ਵੀ ਸਾਡਾ ਜਿਹੜਾ ਪੁੱਤਰ ਹੈ ਬਾਬਾ ਸੂਰਜਮਲ ਜੀ ਇਹ ਤਾਂ ਛੂਛਾ ਹੀ ਰਹਿ ਗਿਆ, ਭਾਵ ਖਾਲੀ ਰਹਿ ਗਿਆ ਹੈ। ਗੁਰਤਾ ਲਹੀ ਸ਼ਰੀਕ ਵਿਚਾਰੈ। ਅਤੇ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਥਾਏ ਵਿਚਾਰਦੇ ਹਨ ਵੀ ਇਹ ਗੁਰਤਾ ਗੱਦੀ ਦਾ ਸਿੰਘਾਸਣ ਇਹ ਸ਼ਰੀਕਾਂ ਨੇ ਪ੍ਰਾਪਤ ਕਰ ਲਿਆ ਹੈ। ਸਾਧ ਸੰਗਤ ਇਹ ਇਸ ਤਰ੍ਹਾਂ ਭਾਵ ਵੀ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਥਾਏ ਵੀ ਮਾਤਾ ਮਰਵਾਹੀ ਦੀ ਵੀ ਇਹ ਇੱਕ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਰਾਜ ਜੀ ਜਾਣਦੇ ਹਨ ਵੀ ਕੌਣ ਅਧਿਕਾਰੀ ਹੈ। ਪਰ ਜੋ ਸਤਵੇਂ ਪਾਤਸ਼ਾਹ ਜੀ ਛੋਟੀ ਅਵਸਥਾ ਦੇ ਵਿੱਚ ਘਰ ਦੇ ਵਿੱਚ ਖੇਡੇ, ਹੱਥਾਂ ਦੇ ਵਿੱਚ ਰਹਿ ਕਰਕੇ ਵੱਡੇ ਹੋਏ, ਸੋ ਇਸ ਤਰ੍ਹਾਂ ਦੀ ਭਾਵਨਾ ਹੈ ਵੀ ਜਦੋਂ ਘਰ ਦੇ ਵਿੱਚੋਂ ਕੋਈ ਛੋਟਾ ਹੁੰਦਾ ਹੈ ਉਹ ਵੱਡੀ ਪਦਵੀ 'ਤੇ ਪਹੁੰਚ ਜਾਂਦਾ ਹੈ, ਫਿਰ ਐਸੀਆਂ ਵਿਚਾਰਾਂ ਆਉਣੀਆਂ ਦੁਨਿਆਵੀ ਮਨ ਦੇ ਅੰਦਰ ਵੀ ਉਹ ਤਾਂ ਛੋਟਾ ਸੀ, ਅੱਜ ਵੱਡੇ ਰੁਤਬੇ 'ਤੇ ਪਹੁੰਚ ਗਿਆ ਹੈ। ਸੋ ਇਸ ਤਰ੍ਹਾਂ ਮਾਤਾ ਮਰਵਾਹੀ ਜੀ ਕਹਿੰਦੇ ਵੀ ਸਾਡੇ ਪੁੱਤਰ ਸਾਹਿਬਜ਼ਾਦੇ ਜਿਹੜੇ ਵੱਡੇ ਸਨ ਉਹ ਖਾਲੀ ਰਹਿ ਗਏ, ਪਰ ਸ਼ਰੀਕ ਜਿਹੜੇ ਗੁਰਤਾ ਗੱਦੀ ਪ੍ਰਾਪਤ ਕਰ ਲਈ ਉਹਨਾਂ ਨੇ ਹਮ ਨਿਰਮਲ ਹੋਏ ਸੋ ਬਲ ਧਾਰੈ। ਕਹਿੰਦੇ ਵੀ ਅਸੀਂ ਨਿਰਬਲ ਹੋ ਗਏ, ਬਲ ਤੋਂ ਰਹਿਤ ਹੋ ਗਏ ਹਾਂ, ਉਹ ਹੁਣ ਬਲ ਦੇ ਸਹਿਤ ਹੋ ਗਏ ਹਨ ਵੀ ਗੁਰਤਾ ਗੱਦੀ ਦਾ ਤੇਜ ਪ੍ਰਤਾਪ ਇਸ ਦਾ ਜਿਹੜਾ ਸੁੱਖ ਆਨੰਦ ਉਹ ਮਾਣਨਗੇ। ਕੰਤ ਸਰੀਰ ਕਿਤਕ ਦਿਨ ਕੇਰਾ। ਅਤੇ ਸਾਡੇ ਜੋ ਪਤੀ ਸਤਿਗੁਰੂ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਇਹ ਸਰੀਰ ਹੈ ਵੀ ਸਰੀਰ ਕਰਕੇ ਮਹਾਰਾਜ ਜੀ ਹੁਣ ਕੁਝ ਦਿਨ ਹੀ ਲੱਗਦਾ ਵੀ ਖੇਡ ਵਰਤਾਉਣਗੇ, ਕਿਉਂਕਿ ਜਦੋਂ ਇਹ ਗੁਰਤਾ ਗੱਦੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਫਿਰ ਇਹ ਇਸ਼ਾਰਾ ਹੈ ਵੀ ਆਪ ਸਤਿਗੁਰੂ ਜੀ ਵਿਕੁੰਠ ਧਾਮ ਨੂੰ ਚੱਲਣਾ ਚਾਹੁੰਦੇ ਹਨ, ਸੱਚਖੰਡ ਨੂੰ
ਚਾਲਾ ਪਾਉਣਾ ਚਾਹੁੰਦੇ ਹਨ। ਵਦੈ ਉਤਾਇਲ ਪੀਛੈ ਝੀਰਾ। ਆਪਣੇ ਵਿਚਾਰਾਂ ਦੇ ਅਨੁਸਾਰ ਮਾਤਾ ਮਰਵਾਹੀ ਜੀ ਸੋਚਦੇ ਵੀ ਪਿੱਛਿਓਂ ਹੁਣ ਇਹ ਝਗੜਾ ਹੀ ਵਧੇਗਾ ਨਾ, ਵੀ ਸ਼ਰੀਕਾਂ ਦੇ ਨਾਲ ਫਿਰ ਵੀ ਰਹਿਣਾ ਸਹਿਣਾ ਬੜਾ ਔਖਾ ਹੋਵੇਗਾ। ਨਿਸ ਦਿਨ ਗਿਨੈ ਗਈ ਇਤਿਆਦ। ਨਿਸ ਦਿਨ ਰਾਤ ਦਿਨ ਭਾਵ ਵੀ ਐਸੀਆਂ ਗਿਣਤੀਆਂ ਮਿਣਤੀਆਂ ਨੂੰ ਗਿਣਦੇ ਰਹਿੰਦੇ ਹਨ। ਸੋਚਤ ਸੋਚਨ ਹੋਏ ਬਿਸਮਾਦ। ਸੋਚਦਿਆਂ ਮਾਤਾ ਮਰਵਾਹੀ ਜੀ ਬੜਾ ਹੈਰਾਨ ਹੁੰਦੇ ਹਨ। ਕਹਾਂ ਹੋਤੀ ਅਬ ਕਿਆ ਹੋਏ ਜੈ ਹੈ। ਕਹਿੰਦੇ ਵੀ ਇਹ ਬਾਤ ਜਿਹੜੀ ਸੀ ਵੀ ਸਾਡੇ ਪੁੱਤਰਾਂ ਨੂੰ ਜਿਹੜਾ ਸਿੰਘਾਸਣ ਮਿਲਦਾ ਯੋਗ ਤਾਂ ਇਹ ਬਣਦਾ ਸੀ, ਪਰ ਇਹ ਵੀ ਕੈਸੀ ਵਿਚਾਰ ਸੀ ਤੇ ਕੀ ਬਣ ਗਿਆ ਹੈ। ਕੰਤ ਪ੍ਰਭੂ ਬਿਨ ਕਿਮ ਸੁਖ ਐ ਹੈ। ਅਤੇ ਫਿਰ ਉਹ ਸਤਿਗੁਰੂ ਜੀ ਅਚਾਨਕ ਬੈਕੁੰਠ ਧਾਮ ਨੂੰ ਚੱਲਣਾ ਚਾਹੁੰਦੇ ਹਨ। ਕੰਤ ਤੋਂ ਬਿਨਾਂ, ਪਤੀ ਤੋਂ ਬਿਨਾਂ ਇਹ ਜਿਹੜਾ ਹੈ ਵੀ ਸੁੱਖ ਹੁਣ ਕਿਸ ਤਰ੍ਹਾਂ ਪ੍ਰਾਪਤ ਹੋਵੇਗਾ। ਇਤਿਆਦਕ ਬਿਰਤੰਤ ਮਰਵਾਹੀ। ਇਤਿਆਦਿਕ ਜਿਹੜੀਆਂ ਵਿਚਾਰਾਂ ਮਾਤਾ ਮਰਵਾਹੀ ਦੀ ਆਪਣੇ ਮਨ ਦੇ ਅੰਦਰ ਵਿਚਾਰਦੇ ਹਨ। ਸੁਨੋ ਨਾਨਕੀ ਜਿਮ ਚਿਤ ਚਾਹੀ। ਇੱਧਰ ਸਾਧ ਸੰਗਤ ਮਾਤਾ ਮਰਵਾਹੀ ਜੀ ਦੀ ਜਿਹੜੀ ਕਥਾ ਆਖੀ ਹੈ ਵੀ ਉਹਨਾਂ ਦੇ ਸੁਪੁੱਤਰ ਬਾਬਾ ਸੂਰਜ ਮੱਲ ਜੀ ਨੂੰ ਮਹਾਰਾਜ ਜੀ ਨੇ ਵਰ ਬਖਸ਼ਿਸ਼ ਕਰ ਦਿੱਤਾ ਹੈ ਵੀ ਗੁਰਤਾ ਗੱਦੀ ਜਿਹੜੀ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਉਹਨਾਂ ਨੂੰ ਪ੍ਰਾਪਤ ਹੋਣੀ ਹੈ, ਪਰ ਤੁਹਾਡਾ ਮਾਣ ਸਤਿਕਾਰ ਵੀ ਜਗਤ ਸੰਸਾਰ 'ਤੇ ਗੁਰੂ ਸਾਹਿਬਾਨਾਂ ਦੇ ਸਮਾਨ ਹੀ ਹੋਵੇਗਾ ਕਿ ਗੁਰੂ ਘਰ ਦੀਆਂ ਸੰਗਤਾਂ ਸਿੱਖ ਤੁਹਾਡੀ ਅੰਸ਼ ਵੰਸ਼ ਦਾ ਬੜਾ ਸਤਿਕਾਰ ਕਰਨਗੇ। ਮਾਤਾ ਮਰਵਾਈ ਜੀ ਦਾ ਜਿਹੜਾ ਬਿਰਤਾਂਤ ਵਾਰਤਾ ਆਪ ਜੀ ਨੇ ਸਰਵਣ ਕੀਤੀ। ਸੋ ਸਾਧ ਸੰਗਤ ਬਾਬਾ ਸੂਰਜ ਮੱਲ ਜੀ ਦਾ ਪਰਿਵਾਰ 10ਵੇਂ ਪਾਤਸ਼ਾਹ ਜੀ ਦੇ ਸਮੇਂ ਵੀ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਵੀ ਉਹਨਾਂ ਦੀ ਅੰਸ਼ ਵੰਸ਼ ਦੇ ਵਿੱਚੋਂ ਜਿਹੜੇ ਸਾਨੂੰ ਬੜਾ ਸੁੱਖ ਆਨੰਦ ਪ੍ਰਾਪਤ ਕਰਦੇ ਰਹੇ, ਬੜਾ ਮਾਣ ਸਤਿਕਾਰ ਉਹਨਾਂ ਨੂੰ ਪ੍ਰਾਪਤ ਹੁੰਦਾ ਰਿਹਾ। ਔਰ ਅੱਜ ਵੀ ਇਸੇ ਪ੍ਰਕਾਰ ਬਾਬਾ ਸੂਰਜ ਮੱਲ ਜੀ ਦੀ ਜਿਹੜੀ ਅੰਸ਼ ਵੰਸ਼ ਹੈ ਉਹਨਾਂ ਦੇ ਦਰਸ਼ਨ ਹੁੰਦੇ ਹਨ ਗੁਰਮੁਖ ਪਿਆਰਿਆਂ ਦੇ। ਦਾਸ ਨੇ ਵੀ ਆਪਣੀਆਂ ਅੱਖਾਂ ਦੇ ਨਾਲ ਜਦੋਂ ਸਾਧ ਸੰਗਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ 3 ਪਹਿਰੇ ਦੇ ਇਸ਼ਨਾਨ ਦੀ ਸੇਵਾ ਹੁੰਦੀ ਹੈ, ਬੜੇ ਪਿਆਰ ਦੇ ਨਾਲ ਨਾਮ ਬਾਣੀ ਦੇ ਰਸੀਏ ਗੁਰਸਿੱਖ ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਇਸ਼ਨਾਨ ਦੀ ਸੇਵਾ ਕਰਾਉਂਦੇ ਹਨ। ਇਹ ਸੇਵਾ ਦੀ ਗੁਰਸਿੱਖਾਂ ਦੇ ਅੰਦਰ ਬੜੀ ਵੱਡੀ ਮਹਾਨਤਾ ਹੈ। ਅੰਮ੍ਰਿਤ ਵੇਲੇ ਦੇ ਸਮੇਂ ਸੋ ਸਮੇਂ ਦੇ ਮੌਸਮ ਦੇ ਹਿਸਾਬ ਦੇ ਨਾਲ ਇਹ ਸੇਵਾ ਦਾ ਸਮਾਂ ਬਦਲਦਾ ਰਹਿੰਦਾ ਹੈ। 12 ਵਜੇ ਤੋਂ ਬਾਅਦ ਇਹ ਸੇਵਾ ਤਕਰੀਬਨ ਆਰੰਭ ਹੁੰਦੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਅੰਸ਼ ਬੰਸ ਦੇ ਵਿੱਚੋਂ ਬਾਬਾ ਸੂਰਜ ਮੱਲ ਜੀ ਦੀ ਅੰਸ਼ ਬੰਸ ਦੇ ਵਿੱਚੋਂ ਵੀ ਗੁਰਮੁਖ ਪਿਆਰੇ ਇਹ ਸੇਵਾ ਦੇ ਵਿੱਚ ਹਾਜ਼ਰੀ ਭਰਦੇ ਹਨ। ਬਾਬਾ ਜਸਪ੍ਰੀਤ ਸਿੰਘ ਜੀ ਸੋਢੀ ਬੜੇ ਪਿਆਰ ਸਤਿਕਾਰ ਦੇ ਨਾਲ ਉਹ ਸਾਰੇ ਗੁਰਸਿੱਖਾਂ ਦੇ ਨਾਲ ਮੇਲ ਮਿਲਾਪ ਕਰਦੇ ਹਨ। ਸਮੁੱਚੇ ਗੁਰੂ ਕੇ ਸਿੱਖਾਂ ਵੱਲੋਂ, ਸੰਗਤਾਂ ਦੇ ਵੱਲੋਂ ਉਹਨਾਂ ਦਾ ਵੀ ਬੜਾ ਮਾਣ ਸਤਿਕਾਰ ਕੀਤਾ ਜਾਂਦਾ ਹੈ। ਵੀ ਅੱਜ ਵੀ ਬਾਬਾ ਸੂਰਜ ਮੱਲ ਜੀ ਦੀ ਅੰਸ਼ ਬੰਸ ਜੋ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਹ ਵਰਦਾਨ ਬਖਸ਼ਿਸ਼ ਕੀਤਾ ਸੀ ਬਾਬਾ ਸੂਰਜ ਮੱਲ ਸਾਹਿਬ ਜੀ ਨੂੰ ਵੀ ਤੁਹਾਡਾ ਜਿਹੜਾ ਬੰਸ ਸੰਸਾਰ 'ਤੇ ਵਧੇ ਫੁੱਲੇਗਾ, ਉਹ ਸੱਚੇ ਪਾਤਸ਼ਾਹ ਜੀ ਦਾ ਬਚਨ ਟਲ ਹੈ। ਸੋ ਇਹ ਮਾਤਾ ਮਰਵਾਹੀ ਜੀ ਦਾ ਬਿਰਤਾਂਤ ਜੋ ਸਤਿਗੁਰੂ ਨਾਲ ਉਹਨਾਂ ਦੇ ਬਚਨ ਹੋਏ। ਇੱਧਰ ਹੁਣ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਰਥਾਏ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਨਾ ਚਾਹੁੰਦੇ ਹਨ। ਇਹ ਕਹਿੰਦੇ ਮਾਤਾ ਨਾਨਕੀ ਜੀ ਦਾ ਬਿਰਤਾਂਤ ਜਿਹੜਾ ਸਰਵਣ ਕਰੋ ਦੀ। ਅਤ ਚਿੰਤਾ ਤੁਰ ਭਈ ਵਿਚਾਰੀ। ਜਦੋਂ ਮਾਤਾ ਨਾਨਕੀ ਜੀ ਨੇ ਦੇਖਿਆ ਸੁਣਿਆ ਵੀ ਗੁਰਤਾ ਗੱਦੀ ਦਾ ਸਿੰਘਾਸਣ ਸਤਿਗੁਰਾਂ ਨੇ ਆਪਣੇ ਪੋਤਰੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਬਖਸ਼ਿਆ ਹੈ, ਮਾਤਾ ਨਾਨਕੀ ਜੀ ਦੇ ਚਿੱਤ ਦੇ ਵਿੱਚ ਬੜੀ ਚਿੰਤਾ ਵਧੀ ਹੈ। ਔਚਕ ਕਹਾਂ ਕੰਤ ਕ੍ਰਿਤਕਾਰੀ। ਕਹਿੰਦੇ ਵੀ ਅਚਾਨਕ ਹੀ ਪਤੀ ਸਤਿਗੁਰਾਂ ਨੇ ਇੱਕ ਐਸੀ ਕ੍ਰਿਤ ਕੀਤੀ, ਕੈਸਾ ਕਾਰਜ ਕੀਤਾ ਹੈ। ਪੁੱਤਰ ਗਰੀਬ ਨ ਜਾਣੈ ਕਾਊ। ਵੀ ਸਾਡਾ ਜਿਹੜਾ ਪੁੱਤਰ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਥਾਏ
ਇਹ ਸਾਧ ਸੰਗਤ ਮਾਤਾ ਨਾਨਕੀ ਜੀ ਵਿਚਾਰਦੇ ਹਨ ਵੀ ਇਹ ਤਾਂ ਬੜੇ ਗਰੀਬ ਹਨ, ਵੀ ਸਾਦਗੀ ਦੇ ਵਿੱਚ ਰਹਿਣ ਵਾਲਾ ਸੁਭਾਅ, ਵਿਰਾਗ ਦੀ ਅਵਸਥਾ ਦੇ ਵਿੱਚ ਰਹਿਣ ਵਾਲੇ, ਸੰਸਾਰ ਦੇ ਕਿਸੇ ਵੀ ਕਾਰ ਵਿਹਾਰ ਦੀ ਮਨ ਅੰਦਰ ਕੋਈ ਖਿੱਚ ਨਹੀਂ, ਕਿਸੇ ਨਾਲ ਕੋਈ ਬੋਲਣ ਦੀ ਰੁਚੀ ਨਹੀਂ। ਐਸੀ ਅਵਸਥਾ ਹੈ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ। ਕਹਿਣ ਲੱਗੇ ਪੁੱਤਰ ਗਰੀਬ ਨਾ ਜਾਣੈ ਕਾਊ। ਮਹਾਰਾਜ ਜੀ ਨੇ ਆਪਣੇ ਗਰੀਬ ਪੁੱਤਰ ਨੂੰ ਕਿਸੇ ਤਰ੍ਹਾਂ ਨਹੀਂ ਜਾਣਿਆ ਪਹਿਚਾਣਿਆ ਹੈ। ਸਦਾ ਮਸਤ ਜਿਮ ਸਰਲ ਸੁਭਾਉ। ਜਿਹੜੇ ਆਪਣੀ ਮਸਤੀ ਦੇ ਵਿੱਚ ਰਹਿਣ ਵਾਲੇ, ਜਿਨ੍ਹਾਂ ਦਾ ਬੜਾ ਸਿੱਧਾ ਸਾਦਾ ਜਿਹਾ ਕੋਮਲ ਜਿਹਾ ਸੁਭਾਅ ਹੈ। ਜਗ ਕੇ ਚਤੁਰਾਈ ਵਿਵਹਾਰੇ। ਕਿਉਂਕਿ ਜਿਹੜੇ ਜਗਤ ਸੰਸਾਰ ਦੇ ਵਿਵਹਾਰ ਹਨ, ਜਿਹੜੇ ਚਤੁਰਾਈ ਦੇ ਨਾਲ ਕੀਤੇ ਜਾਂਦੇ ਹਨ, ਵੀ ਚਤੁਰਤਾ ਦੇ ਨਾਲ ਹੀ ਬੰਦਾ ਸਿਆਣਪ ਵਰਤ ਕੇ ਵਿਹਾਰ ਕਰਦਾ ਹੈ, ਕਿਸੇ ਨਾਲ ਮਿਲਣਾ, ਗੱਲਬਾਤ ਕਰਨੀ। ਕਹਿੰਦੇ ਜਿੰਨੇ ਜਗਤ ਦੇ ਵਿਵਹਾਰ ਹਨ ਚਤੁਰਾਈ ਨਾਲ ਕਰਨ ਵਾਲੇ, ਕਬ ਨਾ ਆਜ ਲਗ ਅੰਗੀਕਾਰੇ। ਇਹਨਾਂ ਨੂੰ ਕਦੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੰਗੀਕਾਰ ਨਹੀਂ ਕੀਤਾ, ਵੀ ਕਦੀ ਵੀ ਕਿਸੇ ਨਾਲ ਬਹੁਤੀ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ, ਵੀ ਆਪਣੀ ਮੌਜ ਦੇ ਵਿੱਚ, ਆਨੰਦ ਦੇ ਵਿੱਚ ਰਹਿੰਦੇ ਹਨ। ਕਿਸ ਮਸੰਦ ਸੋ ਮੇਲ ਨ ਠਾਨਾ। ਅਤੇ ਜਿਹੜੇ ਮਸੰਦ ਗੁਰੂ ਘਰ ਵਾਸਤੇ ਕਾਰ ਭਟਾਵਾਂ ਇਕੱਠੀਆਂ ਕਰਕੇ ਲੈ ਕੇ ਆਉਂਦੇ ਹਨ, ਵੀ ਕਿਸੇ ਮਸੰਦ ਦੇ ਨਾਲ ਵੀ, ਮੁਖੀ ਸਿੱਖ ਦੇ ਨਾਲ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੋਈ ਮੇਲ ਮਿਲਾਪ ਨਹੀਂ ਕੀਤਾ ਹੈ। ਆਵਤ ਦਰਬ ਜਿਨੋ ਕੇ ਪਾਨਾ। ਵੀ ਜਿਨ੍ਹਾਂ ਮਸੰਦਾਂ ਦੇ ਕੋਲ ਬੜਾ ਧਨ ਆਉਂਦਾ ਹੈ ਤੇ ਫਿਰ ਅੱਗੇ ਜ਼ਿੰਮੇਵਾਰੀਆਂ, ਕਾਰਜ ਉਹ ਨਿਭਾਉਂਦੇ ਹਨ, ਵੀ ਕਿਸੇ ਮਸੰਦ ਦੇ ਨਾਲ ਜਿਹੜੀ ਹੈ ਲਿਹਾਜ਼ ਰੱਖਣੀ, ਵੀ ਲੋੜ ਪੈਣ ਤੇ ਉਹ ਧਨ ਆਦਿਕ ਦੇਣ। ਵੀ ਇੱਦਾਂ ਦਾ ਵੀ ਮਹਾਰਾਜ ਜੀ ਦਾ, ਵੀ ਸਾਡੇ ਸੁਪੁੱਤਰ ਦਾ ਸੁਭਾਅ ਨਹੀਂ ਹੈ। ਸਿੱਖ ਸੰਗਤ ਕੋ ਜਾਣੈ ਭੇਵ। ਸੋ ਸਿੱਖ ਸੰਗਤਾਂ ਦੇ ਵਿੱਚੋਂ ਕੋਈ ਵਿਰਲਾ ਸਿੱਖ ਜਾਣਦਾ ਹੈ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਹਨ, ਸੁਪੁੱਤਰ ਹਨ। ਕਿਉਂਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਧਰਮ ਰੱਖਿਅਕ ਸਤਿਗੁਰੂ ਜੀ, ਜਿਨ੍ਹਾਂ ਦੇ ਪਰਥਾਏ ਬਚਨ ਹਨ, ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਜਿਨ੍ਹਾਂ ਦਾ ਅਵਤਾਰ ਗੁਰਦੁਆਰਾ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਹੋਇਆ, ਮਾਤਾ ਨਾਨਕੀ ਜੀ ਦੀ ਕੁੱਖ ਤੋਂ। ਇਹ ਸਭ ਤੋਂ ਛੋਟੇ ਸਾਹਿਬਜ਼ਾਦੇ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ। ਕਹਿਣ ਲੱਗੇ ਮਾਤਾ ਨਾਨਕੀ ਦੀ ਵਿਚਾਰ ਰਹੇ ਹਨ ਵੀ ਕੋਈ ਵਿਰਲੇ ਸਿੱਖ ਇਹ ਜਾਣਦੇ ਹਨ ਵੀ ਇਹ ਸਤਿਗੁਰਾਂ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਹਨ। ਮਸਤਕ ਟੇਕੈ ਸਮ ਗੁਰਦੇਵ। ਅਤੇ ਉਹ ਸਿੱਖ ਆਣ ਕਰਕੇ ਇਹਨਾਂ ਨੂੰ ਮਸਤਕ ਟੇਕਦੇ, ਇਹਨਾਂ ਦਾ ਸਤਿਕਾਰ ਕਰਦੇ ਹਨ। ਨਾਹੇ ਤਾਂ ਇਕਾਕੀ ਬਹੁ ਬੈਸੇ। ਨਹੀਂ ਤਾਂ ਇਕੱਲੇ ਬੈਠੇ ਰਹਿੰਦੇ, ਭਜਨ ਬੰਦਗੀ ਕਰਦੇ ਰਹਿੰਦੇ ਹਨ। ਨ ਜਾਣੈ ਘਰ ਕੀ ਕ੍ਰਿਤ ਕੈਸੇ। ਕੋਈ ਕਿਸੇ ਘਰ ਦੀ ਜ਼ਿੰਮੇਵਾਰੀ ਦਾ ਕਾਰਜ ਅੱਗੇ ਹੋ ਕੇ ਕਰਨਾ ਹੀ ਨਹੀਂ ਜਾਣਦੇ ਹਨ। ਇਤਿਆਦਿਕ ਬਹੁ ਹਿਰਦੇ ਵਿਚਾਰ। ਐਸੀਆਂ ਜਿਹੜੀਆਂ ਵਿਚਾਰਾਂ ਹਨ ਉਹ ਮਾਤਾ ਨਾਨਕੀ ਜੀ ਆਪਣੇ ਹਿਰਦੇ ਦੇ ਅੰਦਰ ਵਿਚਾਰ ਰਹੇ ਹਨ। ਗੁਰ ਆਵੈ ਜਬ ਕਰਨ ਆਹਾਰ। ਅਤੇ ਕਹਿਣ ਲੱਗੇ ਵੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪਣੇ ਮਹਿਲਾਂ ਵਿਖੇ ਭੋਜਨ ਪ੍ਰਸ਼ਾਦਾ ਛਕਣ ਵਾਸਤੇ ਆਉਂਦੇ ਹਨ, ਬੈਠੇ ਤਬ ਸਮੀਪ ਸੋ ਆਏ। ਜਦੋਂ ਸਤਿਗੁਰੂ ਜੀ ਆਪਣੇ ਸਿੰਘਾਸਣ ਤੇ ਭਾਵ ਆਪਣੇ ਪਲੰਘੇ ਤੇ ਬੈਠ ਕੇ ਸਤਿਗੁਰੂ ਜੀ ਭੋਜਨ ਛਕਦੇ ਹਨ, ਤਦੋਂ ਫਿਰ ਮਾਤਾ ਮਰਵਾਹੀ ਜੀ ਸਤਿਗੁਰਾਂ ਦੇ ਕੋਲ, ਵਾਹਿਗੁਰੂ ਮਾਤਾ ਨਾਨਕੀ ਜੀ ਸਤਿਗੁਰਾਂ ਦੇ ਆਣ ਕੇ ਕੋਲ ਬੈਠ ਜਾਂਦੇ ਹਨ। ਚਿਤ ਕੋ ਸੰਕਟ ਦੇਤ ਸੁਨਾਏ। ਅਤੇ ਆਪਣੇ ਚਿੱਤ ਦਾ ਜਿਹੜਾ ਸੰਕਟ ਹੈ, ਜੋ ਦੁੱਖ ਵਾਲੀ ਏ ਬੇਨਤੀ ਹੈ, ਵੀ ਮਹਾਰਾਜ ਜੀ ਦੇ ਸਨਮੁਖ ਆਪਣੇ ਅੰਦਰ ਦੀ ਭਾਵਨਾ ਨੂੰ ਬੇਨਤੀ ਕਰਕੇ ਦੱਸਣਾ। ਉਹ ਫਿਰ ਸਾਰਾ ਸਤਿਗੁਰੂ ਜੀ ਦੇ ਸਾਹਮਣੇ ਇਹ ਭਜਨ ਜਿਹੜੇ ਰੱਖਦੇ ਹਨ। ਹੋਤੋ ਆਸਰਾ ਏਕ ਹਮਾਰੇ। ਕਹਿਣ ਲੱਗੇ ਮਹਾਰਾਜ ਇੱਕੋ ਇੱਕ ਆਪ ਜੀ ਸਾਡੇ ਵਾਸਤੇ ਆਸਰਾ ਹੋ। ਕਿਰਪਾ ਕਰਤ ਬਖਸ਼ਤ ਸੁਖ ਸਾਰੇ। ਆਪ ਦੀ ਕਿਰਪਾ ਕਰਕੇ ਸਾਨੂੰ ਸਾਰੇ ਸੁਖ ਬਖਸ਼ਿਸ਼ ਕਰਦੇ ਹੋ। ਕਿਸ ਵਸਤ ਕੀ ਚਿੰਤ ਨਾ ਵਿਆਪੇ। ਆਪ ਜੀ ਦੇ ਆਸਰੇ ਦੇ ਸਹਿਤ ਅਸੀਂ ਆਪਣਾ ਜੀਵਨ ਬਤੀਤ ਕਰ ਰਹੇ ਹਾਂ।
ਅਤੇ ਕਿਸੇ ਵੀ ਵਸਤੂ ਦੀ ਕੋਈ ਚਿੰਤਾ ਸਾਨੂੰ ਨਹੀਂ ਵਿਆਪਦੀ, ਕੋਈ ਥੋੜ ਨਹੀਂ ਹੈ। ਸਕਲ ਪਦਾਰਥ ਦੀਨਸ ਵੀ ਆਪੇ ਜੋ ਵੀ ਵਸਤੂ ਦੀ ਲੋੜ ਹੁੰਦੀ ਉਹ ਮੰਗਣ ਤੋਂ ਪਹਿਲਾਂ ਹੀ ਆਪ ਜੀ ਭੇਜ ਦਿੰਦੇ ਹੋ। ਪੀਛੇ ਕਹਾਂ ਕਰਹਿ ਸੁਤ ਮੇਰੋ ਅਤੇ ਆਪ ਜੀ ਦੇ ਸੱਚਖੰਡ ਜਾਣ ਤੋਂ ਉਪਰੰਤ ਜੋ ਸਾਡਾ ਸੁਪੁੱਤਰ ਭਾਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਹਨ, ਉਹ ਕੀ ਕਰਨਗੇ, ਉਹਨਾਂ ਦਾ ਕੈਸਾ ਗੁਜ਼ਾਰਾ ਹੋਵੇਗਾ। ਜਿਨੋ ਨ ਜਗ ਮੈਂ ਕੁਛ ਕ੍ਰਿਤ ਕੇਰੋ ਕਿਉਂਕਿ ਜੇ ਕੋਈ ਸੁਪੁੱਤਰ ਚਤੁਰ ਹੋਵੇ, ਕੋਈ ਸਿਆਣਪ ਵਾਲਾ ਹੋਵੇ, ਉਹ ਫਿਰ ਕਈ ਤਰ੍ਹਾਂ ਦੇ ਨਾਲ ਵਿਵਹਾਰ ਕਰ ਲੈਂਦਾ ਹੈ। ਪਰ ਜਿਨ੍ਹਾਂ ਦੀ ਕੋਈ ਰੁਚੀ ਨਹੀਂ, ਕੋਈ ਵੀ ਜੋ ਆਪ ਜੀ ਵਸਤੂਆਂ ਭੇਜਦੇ ਆਪ ਜੀ ਦੇ ਆਸਰੇ ਦੇ ਨਾਲ ਕੋਈ ਥੋੜ ਨਹੀਂ ਹੈ। ਪਰ ਮਹਾਰਾਜ ਆਪ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਫਿਰ ਕਿਸ ਦਾ ਆਸਰਾ ਸਾਨੂੰ ਰਵੇਗਾ। ਉਦਾਸੀਨ ਬ੍ਰਿਤ ਰਹਿ ਇਕਾਕੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਰਾਗ ਵਾਲੇ ਹਨ ਤੇ ਇਕਾਂਤ ਦੇ ਵਿੱਚ ਹੀ ਰਹਿੰਦੇ ਹਨ। ਮਿਲਬੋ ਮੁਲਾਕਾਤ ਨਹਿ ਕਾਕੀ ਜਿਨ੍ਹਾਂ ਦੀ ਕੋਈ ਥੋੜੀ ਦੀ ਵੀ ਕਿਸੇ ਨਾਲ ਮਿਲਾਪ ਕਰਨ ਦੀ, ਮੁਲਾਕਾਤ ਕਰਨ ਦੀ ਰੁਚੀ ਨਹੀਂ ਹੈ। ਲਖੋ ਆਪ ਪੀ ਤਾਹੇ ਸੁਭਾਉ ਅਤੇ ਮਾਤਾ ਨਾਨਕੀ ਜੀ ਹੱਥ ਜੋੜ ਕੇ ਪਤੀ ਸਤਿਗੁਰਾਂ ਨੂੰ ਕਹਿੰਦੇ, ਮਹਾਰਾਜ ਤੁਸੀਂ ਵੀ ਆਪਣੇ ਸੁਪੁੱਤਰ ਦਾ ਜਿਹੜਾ ਇਹ ਸੁਭਾਅ ਜਾਣਦੇ ਹੋ। ਹੇਤ ਜੀਵਕਾ ਕਾਰਨ ਕਾਉ ਵੀ ਉਹਨਾਂ ਦੀ ਜੀਵਕਾ ਵਾਸਤੇ ਉਹਨਾਂ ਦਾ ਕੈਸਾ ਗੁਜ਼ਰਾਨ ਹੋਵੇਗਾ। ਛੂਛੇ ਛੋਰ ਚਹੋ ਤੁਮ ਚਾਲੇ ਵੀ ਉਹਨਾਂ ਦੀ ਫਿਰ ਕੀ ਕਾਰਨ ਹੋਵੇਗਾ, ਕਿੱਦਾਂ ਉਹਨਾਂ ਦੀ ਉਪਜੀਵਕਾ ਹੋਵੇਗੀ, ਕਿਵੇਂ ਜੀਵਨ ਦਾ ਨਿਰਵਾਹ ਹੋਵੇਗਾ। ਵੀ ਤੁਸੀਂ ਤਾਂ ਇਹ ਗੁਰਤਾ ਗੱਦੀ ਦੇ ਵੱਲੋਂ ਖਾਲੀ ਛੱਡ ਕੇ ਚੱਲੇ ਹੋ। ਇਹ ਗੁਰਤਾ ਗੱਦੀ ਦਾ ਸਿੰਘਾਸਣ ਤੁਸੀਂ ਆਪਣੇ ਪੋਤਰੇ ਸ਼੍ਰੀ ਹਰਿਰਾਏ ਸਾਹਿਬ ਜੀ ਨੂੰ ਬਖਸ਼ਿਸ਼ ਕਰ ਦਿੱਤਾ ਹੈ ਅਤੇ ਆਪਣੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਜੀ ਨੂੰ ਖਾਲੀ ਰਹਿਣ ਦਿੱਤਾ ਹੈ। ਕਹੋ ਸੋ ਕਿਸ ਕੇ ਲਾਗਹਿ ਪਾਲੇ ਇਹ ਫਿਰ ਕਿਹਦੇ ਪੱਲੇ ਨਾਲ ਲੱਗਣਗੇ, ਕਿਹਦੇ ਆਸਰੇ ਨਾਲ ਜੀਵਨ ਨਿਰਵਾਹ ਕਰਨਗੇ। ਦਈ ਸ਼ਰੀਕਨ ਕੋ ਵਡਿਆਈ ਤੁਸੀਂ ਤਾਂ ਸ਼ਰੀਕਾਂ ਨੂੰ ਵਡਿਆਈ ਦੇ ਦਿੱਤੀ ਹੈ। ਤਿਨ ਕੇ ਸੰਗ ਨ ਕਿਮ ਬਨ ਆਈ ਕਹਿਣ ਲੱਗੇ ਹੁਣ ਸ਼ਰੀਕਾਂ ਦੇ ਨਾਲ ਇਹ ਕਿਸ ਤਰ੍ਹਾਂ ਬਣ ਆਵੇਗੀ ਸਾਡੀ, ਭਾਵ ਉਹਨਾਂ ਦੇ ਨਾਲ ਹੁਣ ਵੀ ਤੁਹਾਡੇ ਤੋਂ ਉਪਰੰਤ ਸੱਚਖੰਡ ਚਾਲੇ ਪਾਉਣ ਤੋਂ ਉਪਰੰਤ ਕਿਵੇਂ ਨਿਭੇਗੀ, ਭਾਵ ਵੀ ਸ਼ਰੀਕਾਂ ਦੇ ਕੋਲੋਂ ਅਸੀਂ ਕਿਵੇਂ ਮੰਗਾਂਗੇ। ਇੱਕ ਪਵਤਰੇ ਗੁਰ ਗ੍ਰੰਥ ਸੰਭਾਰਾ ਕਹਿਣ ਲੱਗੇ ਵੀ ਇੱਕ ਪੋਤਰੇ ਨੇ, ਭਾਵ ਵੀ ਧੀਰ ਮਲ ਨੇ ਜਿਹੜਾ ਕਰਤਾਰਪੁਰ ਹੈ ਉਹ ਸੰਭਾਲ ਲਿਆ। ਵੀ ਕਰਤਾਰਪੁਰ ਦੇ ਵਿੱਚ ਧੀਰ ਮਲ ਰਹਿੰਦਾ ਹੈ ਅਤੇ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਵੀ ਜੋ ਸਰੂਪ ਹੈ, ਆਦ ਬੀੜ ਆਦ ਗ੍ਰੰਥ, ਇਹ ਜੋ ਸਾਧ ਸੰਗਤ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸ਼੍ਰੀ ਰਾਮਸਰ ਸਾਹਿਬ ਜੀ ਵਾਲੇ ਪਾਵਨ ਸਥਾਨ ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਖਾਰੀ ਲਗਾ ਕੇ ਇਹ ਆਦ ਬੀੜ ਆਦ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਾਈ, ਸਰੂਪ ਲਿਖਾਇਆ। ਇਹ ਫਿਰ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਧੀਰ ਮਲ ਜੀ ਦੇ ਕੋਲ ਰਿਹਾ। ਸੋ ਕਹਿਣ ਲੱਗੇ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜੋ ਕਰਤਾਰਪੁਰ ਧੀਰ ਮਲ ਬੈਠਾ ਉਹਦੇ ਕੋਲ ਹੈ। ਦੁਤੀ ਆਪਨੇ ਥਲ ਬੈਠਾਰਾ ਕਹਿੰਦੇ ਵੀ ਧੀਰ ਮਲ ਦਾ ਵੀ ਵਧੀਆ ਜੀਵਨ ਚੱਲ ਰਿਹਾ, ਵੀ ਮਹਾਰਾਜ ਜੀ ਦਾ ਸਰੂਪ ਵੀ ਉਹਦੇ ਕੋਲ ਤੇ ਕਰਤਾਰਪੁਰ ਸਾਹਿਬ ਨਗਰ ਦਾ ਵੀ ਉਹ ਮਾਲਕ ਬਣ ਕੇ ਬੈਠ ਗਿਆ। ਅਤੇ ਦੂਸਰਾ ਜਿਹੜਾ ਪੋਤਰਾ ਭਾਵ ਜੋ ਗੁਰੂ ਹਰਿਰਾਏ ਸਾਹਿਬ ਜੀ ਹਨ, ਉਹਨਾਂ ਨੂੰ ਤੁਸੀਂ ਆਪਣਾ ਗੁਰਤਾ ਗੱਦੀ ਦਾ ਸਿੰਘਾਸਣ ਹੀ ਬਖਸ਼ਿਸ਼ ਕਰ ਦਿੱਤਾ ਹੈ। ਸ਼੍ਰੀ ਹਰਿ ਗੋਬਿੰਦ ਕਹਿ ਸਮਝਾਈ ਅਤੇ ਜਦੋਂ ਫਿਰ ਮਾਤਾ ਨਾਨਕੀ ਜੀ ਨੇ ਆਖਿਆ ਵੀ ਆਪਣੇ ਸਾਹਿਬਜ਼ਾਦਿਆਂ ਨੂੰ, ਮਹਾਰਾਜ ਸੁਪੁੱਤਰਾਂ ਨੂੰ ਤੁਸੀਂ ਬਿਲਕੁਲ ਲਾਂਭੇ ਕਰ ਦਿੱਤਾ ਹੈ, ਉਦੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿ ਕਰਕੇ ਮਾਤਾ ਨਾਨਕੀ ਜੀ ਨੂੰ ਸਮਝਾਇਆ ਹੈ। ਚਿਤ ਮੈਂ ਚਿੰਤਾ ਕਰੋ ਨ ਕਾਈ ਸਤਿਗੁਰੂ ਜੀ ਕਹਿਣ ਲੱਗੇ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਤੁਸੀਂ ਆਪਣੇ ਚਿੱਤ ਦੇ ਵਿੱਚ ਚਿੰਤਾ ਨਾ ਕਰਨਾ ਕਰੋ। ਗੁਰ ਸਤ ਪੂਜਨੀਏ ਜਗ ਕੀਰੇ ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਬਚਨ ਹਨ ਵੀ ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ, ਜਿਨੇ ਮੇਰਾ ਸਤਿਗੁਰ ਦੇਖਿਆ ਜਾਏ। ਸੋ ਇਸੇ ਤਰ੍ਹਾਂ ਉਹ ਸਾਰੀ ਬੰਸੋ ਜਗ੍ਹਾ ਉਹ ਸਥਾਨ ਹੀ ਧਨਤਾ ਦੇ ਯੋਗ ਹੈ ਜਿੱਥੇ ਸਤਿਗੁਰੂ ਜੀ ਪ੍ਰਗਟ ਹੁੰਦੇ ਨੇ, ਬਿਰਾਜਮਾਨ ਹੁੰਦੇ ਹਨ। ਤੋ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਹਨ ਮਾਤਾ ਨਾਨਕੀ ਜੀ ਨੂੰ
ਵੀ ਇਹ ਤਾਂ ਜਿਹੜੇ ਗੁਰੂ ਕੇ ਸਾਹਿਬਜ਼ਾਦੇ ਹਨ, ਇਹ ਜਗਤ ਸੰਸਾਰ ਦੇ ਅੰਦਰ ਬੰਦਨੀ ਹਨ, ਵੀ ਬੰਦਨਾ ਕਰਨ ਦੇ ਪੂਜਣ ਦੇ ਯੋਗ ਹਨ। ਇਹ ਮਹਾਰਾਜ ਜੀ ਦੇ ਸਾਹਿਬਜ਼ਾਦੇ ਇਹ ਮਹਾਨ ਹਨ। ਦੇਹ ਉਪਾਇਨ ਸਿੱਖ ਕਨੇਰੇ, ਇਹਨਾਂ ਦੇ ਸਨਮੁਖ ਅਨੇਕਾਂ ਜਿਹੜੇ ਸਿੱਖ ਹਨ, ਉਹ ਪਾਏ ਨੂੰ ਭਟਾਵਾਂ ਜਿਹੜੀਆਂ ਭੇਟਾ ਕਰਨਗੇ, ਨਮਸਕਾਰਾਂ ਕਰਨਗੇ। ਆਉਣ ਵਾਲੇ ਸਮੇਂ ਦੇ ਅੰਦਰ ਵੀ ਮਹਾਰਾਜ ਜੀ ਇਸ਼ਾਰਾ ਕਰ ਰਹੇ ਹਨ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਤਾ ਗੱਦੀ ਦੇ ਸਿੰਘਾਸਣ ਦੇ ਮਾਲਕ ਬਣਨਗੇ। ਪਰ ਸੱਚੇ ਪਾਤਸ਼ਾਹ ਜੀਆਂ ਨੇ ਇਸ਼ਾਰਾ ਕੀਤਾ ਗੁਪਤ ਰੂਪ ਦੇ ਵਿੱਚ, ਇਨਕੇ ਆਸ਼ਰਿਤ ਹੋਵੇ ਨਰ ਬ੍ਰਿੰਦਾ। ਕਹਿੰਦੇ ਆਪਣੇ ਮਹਿਲ ਮਾਤਾ ਨਾਨਕੀ ਜੀ ਨੂੰ ਮਹਾਰਾਜ ਜੀ ਕਹਿੰਦੇ ਵੀ ਤੁਸੀਂ ਇਹਨਾਂ ਦੀ ਚਿੰਤਾ ਕਰ ਰਹੇ ਹੋ ਵੀ ਇਹਨਾਂ ਦਾ ਨਿਰਵਾਹ ਕਿੱਦਾਂ ਹੋਵੇਗਾ। ਇਹਨਾਂ ਦੇ ਆਸਰੇ ਨਾਲ ਤੇ ਹਜ਼ਾਰਾਂ ਲੋਕ ਜਿਹੜੇ ਹਨ ਉਹ ਆਪਣੇ ਜੀਵਨ ਦਾ ਆਨੰਦ ਮਾਣਨਗੇ, ਸੁੱਖ ਮਾਣਨਗੇ। ਹਜ਼ਾਰਾਂ ਲੋਕ ਆਪਣੇ ਡੁੱਬਦੇ ਬੇੜੇ ਪਾਰ ਕਰਨ ਵਾਸਤੇ ਇਹਨਾਂ ਦੇ ਚਰਨਾਂ ਵਿੱਚ ਅਰਦਾਸ ਕਰਨਗੇ। ਜੋ ਗੁਰੂ ਕਲਗੀਧਰ ਮਹਾਰਾਜ ਜੀ ਨੇ ਬਚਨ ਸਤਿਗੁਰਾਂ ਨੇ ਆਪਣੀ ਕਲਮ ਦੇ ਨਾਲ ਲਿਖੇ ਹਨ। ਹਰ ਇੱਕ ਗੁਰੂ ਕਾ ਸਿੱਖ ਮਾਈ ਭਾਈ ਉਹ ਰੋਜ਼ਾਨਾ ਹੀ ਅਰਦਾਸ ਦੇ ਵਿੱਚ ਪੜ੍ਹਦਾ ਸੁਣਦਾ ਹੈ। ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਵੀ ਇਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਐਸੇ ਮਹਾਨ ਦਿਆਲੂ ਕਿਰਪਾਲੂ ਹਨ। ਜਿਹੜਾ ਵੀ ਸਿੱਖ ਸਤਿਗੁਰਾਂ ਦਾ ਨਾਂ ਆਪਣੀ ਰਸਨਾ ਤੋਂ ਲਵੇਗਾ, ਸਾਰੀਆਂ ਹੀ ਬਰਕਤਾਂ ਰਹਿਮਤਾਂ ਦੌੜ ਕਰਕੇ ਧਾ ਕੇ ਉਹ ਸਿੱਖ ਦੇ ਘਰ ਵਿੱਚ ਦਾਖਲ ਹੋਣਗੀਆਂ। ਅਤੇ ਸਾਰਿਆਂ ਥਾਵਾਂ 'ਤੇ ਜਿਵੇਂ ਮੱਖਣ ਸ਼ਾਹ ਜੀ ਲਬਾਣੇ ਨੇ ਅਰਦਾਸ ਕੀਤੀ, ਉਹਨਾਂ ਦਾ ਡੁੱਬਦਾ ਬੇੜਾ ਮਹਾਰਾਜ ਜੀ ਨੇ ਪਾਰ ਲਾਇਆ। ਔਰ ਅੱਜ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਦਾ ਪ੍ਰਗਟ ਹਨ ਵੀ ਜਿਹੜਾ ਵੀ ਸਿੱਖ ਇਹਨਾਂ ਨੂੰ ਹਾਜ਼ਰ ਨਾਜ਼ਰ ਜਾਣੇਗਾ, ਅਰਦਾਸ ਕਰੇਗਾ, ਸਤਿਗੁਰੂ ਜੀ ਉਹਨਾਂ ਦੇ ਅੜੇ ਮੋੜ 'ਤੇ ਫਤਿਹ ਕਰਨਗੇ, ਰੰਭੇ ਕਾਰਜ ਰਾਸ ਕਰਨਗੇ। ਆਪਣੇ ਸਿੱਖਾਂ ਦੇ ਸਦਾ ਹੀ ਸਹਾਈ ਹੋਣਗੇ। ਹਜ਼ਾਰਾਂ ਹੀ ਲੋਕ ਇਨਕੇ ਆਸ਼ਰਿਤ ਹੋਵੈ ਨਰ ਬ੍ਰਿੰਦਾ। ਅਨੇਕਾਂ ਲੋਕ ਇਹਨਾਂ ਦੇ ਆਸਰੇ ਦੇ ਨਾਲ, ਇਹਨਾਂ ਦੇ ਚਰਨਾਂ ਵਿੱਚ ਅਰਦਾਸਾਂ ਕਰਕੇ ਆਪਣਾ ਜੀਵਨ ਬਤੀਤ ਕਰਨਗੇ। ਖਾਨ ਪਾਨ ਗੁਜਰਾਨ ਬਿਲੰਦਾ। ਅਤੇ ਆਪਣੇ ਮਹਿਲ ਮਾਤਾ ਨਾਨਕੀ ਜੀ ਨੂੰ ਮਹਾਰਾਜ ਜੀ ਕਹਿੰਦੇ ਤੁਸੀਂ ਕਹਿ ਰਹੇ ਵੀ ਇਹਨਾਂ ਦੀ ਗੁਜਰਾਨ ਕਿੱਦਾਂ ਹੋਵੇਗੀ, ਵੀ ਇਹਨਾਂ ਦੇ ਅੱਗੇ ਅਰਦਾਸਾਂ ਕਰਕੇ, ਇਹਨਾਂ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਨੇਕਾਂ ਲੋਕਾਂ ਦੀ ਗੁਜਰਾਨ ਚੱਲੇਗੀ, ਅਨੇਕਾਂ ਲੋਕਾਂ ਦੀਆਂ ਭਾਵਨਾ ਪੂਰਨ ਹੋਣਗੀਆਂ। ਸਾਧ ਸੰਗਤ ਇਹ ਸਤਿਗੁਰੂ ਸਾਹਿਬ ਜੀ ਨੇ ਜੋ ਭਜਨ ਕੀਤੇ ਹਨ, ਕਈ ਵਾਰ ਮਨ ਦੇ ਅੰਦਰ ਇਹ ਸ਼ੰਕਾ ਆਉਂਦਾ ਹੈ ਜੀ ਇਹ ਪਹਿਲਾਂ ਇਤਿਹਾਸ ਸੀ। ਸੋ ਸਾਧ ਸੰਗਤ ਅੱਜ ਵੀ ਇਹ ਜਿੱਥੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਸ਼੍ਰੀ ਭੋਰਾ ਸਾਹਿਬ, ਸ਼੍ਰੀ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ, ਜਿਨ੍ਹਾਂ ਗੁਰਸਿੱਖਾਂ ਨੂੰ ਨਿਸ਼ਚਾ ਹੈ, ਭਾਵਨਾ ਹੈ, ਜਿਹੜੇ ਅਰਦਾਸ ਕਰਦੇ ਹਨ, ਉਹ ਸਾਧ ਸੰਗਤ ਉਹਨਾਂ ਦੇ ਅੱਜ ਵੀ ਉਸੇ ਤਰ੍ਹਾਂ ਡੁੱਬਦੇ ਬੇੜੇ ਪਾਰ ਲੰਘਦੇ ਹਨ, ਕਾਰਜ ਰਾਸ ਹੁੰਦੇ। ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿ ਰਹੇ ਆਪਣੇ ਮਹਿਲ ਆਪਣੀ ਸੁਪਤਨੀ ਮਾਤਾ ਨਾਨਕੀ ਜੀ ਨੂੰ ਵੀ ਤੁਸੀਂ ਇਹਨਾਂ ਦੀ ਫਿਕਰ ਕਰ ਰਹੇ ਹੋ ਵੀ ਇਹਨਾਂ ਦਾ ਗੁਜਰਾਨ ਕਿੱਦਾਂ ਹੋਵੇਗਾ। ਇਹਨਾਂ ਦੇ ਅੱਗੇ ਅਰਦਾਸਾਂ ਕਰਕੇ ਹਜ਼ਾਰਾਂ ਲੋਕਾਂ ਦਾ ਗੁਜਰਾਨ ਚੱਲੇਗਾ। ਇਹਨਾਂ ਸਤਿਗੁਰਾਂ ਦਾ ਆਸਰਾ ਲੈ ਕੇ ਹਜ਼ਾਰਾਂ ਲੋਕਾਂ ਦਾ ਜੀਵਨ ਸੁਖੀ ਹੋਵੇਗਾ। ਅਤੇ ਸਾਧ ਸੰਗਤ ਮਹਾਰਾਜ ਜੀ ਦੇ ਬਚਨ ਬਿਲਕੁਲ ਸੱਚ ਹਨ, ਜਿਨ੍ਹਾਂ ਗੁਰਸਿੱਖਾਂ ਦੀ ਭਾਵਨਾ ਹੈ। ਇੱਥੋਂ ਤੱਕ ਇਹ ਗੁਰਮੁਖ ਪਿਆਰੇ ਜਿਹੜੇ ਦਾਸ ਨੇ ਸ਼੍ਰੀ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਗੁਰਮੁਖਾਂ ਤੋਂ ਇਹ ਭਜਨ ਸਰਵਣ ਕੀਤਾ ਸੀ ਵੀ ਸਾਧ ਸੰਗਤ ਕਿਸੇ ਸਮੇਂ ਜਦੋਂ ਫਸਲ ਵੱਢਣ ਦਾ ਸਮਾਂ ਆਉਂਦਾ ਸੀ ਅਤੇ ਕਾਲੀਆਂ ਘਟਾਵਾਂ ਚੜ੍ਹ ਕਰਕੇ ਆਉਣੀਆਂ। ਫਿਰ ਉਸ ਵਕਤ ਜਿਹੜੇ ਨਗਰਾਂ ਦੇ ਲੋਕ ਸਨ, ਜਿਹੜੇ ਆਸ-ਪਾਸ ਦੇ ਨਗਰ, ਉਹਨਾਂ ਨੇ ਸ਼੍ਰੀ ਬਾਬਾ ਬਕਾਲਾ ਸਾਹਿਬ ਜੀ ਵੱਲ ਨੂੰ ਮੁੱਖ ਕਰਕੇ ਅਰਦਾਸ ਕਰਨੀ ਵੀ ਇਹ ਸੱਚੇ ਪਾਤਸ਼ਾਹ ਜਿਵੇਂ ਮੱਖਣ ਸ਼ਾਹ ਜੀ ਦਾ ਡੁੱਬਦਾ ਬੇੜਾ ਤੁਸੀਂ ਬੰਨੇ ਲਾਇਆ ਸੀ, ਇਹ ਸਾਡੀ ਕਈ ਮਹੀਨਿਆਂ ਦੀ ਮਿਹਨਤ ਹੈ, ਇਹ ਕਿਰਪਾ ਕਰੋ ਸਾਡੀ ਲਾਜ ਰੱਖਿਓ। ਉਹ ਸਾਧ ਸੰਗਤ ਕਾਲੀਆਂ ਘਟਾਵਾਂ ਲੱਭਦੀਆਂ ਨਹੀਂ ਸਨ ਵੀ ਜਿਨ੍ਹਾਂ ਦਾ ਨਿਸ਼ਚਾ ਹੈ, ਭਾਵਨਾ ਹੈ, ਉਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਕਹਿ ਰਹੇ ਵੀ ਇਹਨਾਂ ਦੇ ਅੱਗੇ ਜਿਹੜੇ ਅਰਦਾਸ ਕਰਨਗੇ
ਉਹ ਹਜ਼ਾਰਾਂ ਲੋਕਾਂ ਦਾ ਜੀਵਨ ਜਿਹੜਾ ਸੁਖੀ ਹੋਵੇਗਾ, ਗੁਜਰਾਨ ਚੱਲੇਗਾ, ਉਹਨਾਂ ਨੂੰ ਖਾਣਾ ਪਾਣ ਪ੍ਰਾਪਤ ਹੋਵੇਗਾ, ਆਸਾਂ ਭਾਵਨਾ ਪੂਰਨ ਹੋਣਗੀਆਂ। ਤੇ ਉਹ ਬਿਲਕੁਲ ਬਚਨ ਮਹਾਰਾਜ ਜੀ ਦੇ ਅਟਲ ਹਨ। ਸੋ ਸਤਿਗੁਰੂ ਜੀ ਕਹਿਣ ਲੱਗੇ ਵੀ ਇਹਨਾਂ ਪ੍ਰਥਾਏ, ਇਹਨਾਂ ਬਾਰੇ ਕੋਈ ਚਿੰਤਾ ਕਰਨ ਦੀ, ਫਿਕਰ ਕਰਨ ਦੀ ਲੋੜ ਨਹੀਂ ਹੈ। ਬਹੁਤਨ ਕੇ ਦਾਤਾ ਇਹ ਹੋਵੈ। ਫਿਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਬਹੁਤੀਆਂ ਦਾਤਾਂ ਦੇਣ ਵਾਲੇ ਦਾਤੇ ਹੋਣਗੇ, ਇਹ ਸਮਰੱਥ ਦਾਤੇ ਹੋਣਗੇ। ਸੇਵੈ ਸਿੱਖ ਭਲੇ ਨਿਜ ਜੋਵਹਿ। ਅਤੇ ਜਿਹੜੇ ਆਪਣਾ ਭਲਾ ਚਾਹਣਗੇ ਨਾ, ਉਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸੇਵਾ ਕਰਨਗੇ। ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਆਪਣੀ ਰਸਨਾ ਤੋਂ ਜਪਣਗੇ। ਇਸ ਬਿਦ ਬਹੁ ਪ੍ਰਕਾਰ ਸਮਝਾਵੈ। ਇਦਾਂ ਨਾ ਜਦੋਂ ਜਦੋਂ ਵੀ ਮਹਾਰਾਜ ਜੀ ਆਪਣੇ ਮਹਿਲਾਂ ਦੇ ਵਿੱਚ ਆਉਂਦੇ ਸਨ ਪ੍ਰਸ਼ਾਦ ਪਾਣੀ ਛਕਣ ਵਾਸਤੇ, ਮਾਤਾ ਨਾਨਕੀ ਜੀ ਨੇ ਅੱਗਿਓਂ ਹੱਥ ਜੋੜ ਕੇ ਇਹ ਜਿਹੜੀ ਚਿੱਤ ਦੀ ਭਾਵਨਾ ਪਦੇ ਸਤਿਗੁਰਾਂ ਦੇ ਸਨਮੁਖ ਇਹ ਬੇਨਤੀਆਂ ਕਰਦੇ ਰਹਿਣਾ। ਫਿਰ ਸਤਿਗੁਰਾਂ ਨੇ ਬੜੀ ਵਾਰ ਮਾਤਾ ਨਾਨਕੀ ਜੀ ਨੂੰ ਇਦਾਂ ਸਮਝਾਉਂਦੇ ਰਹਿਣਾ। ਤਉ ਨਾਨਕੀ ਧੀਰ ਨ ਪਾਵੈ। ਸਾਧ ਸੰਗਤ ਇੱਕ ਮਾਂ ਦਾ ਚਿੱਤ ਮਾਂ ਹੀ ਜਾਣਦੀ ਵੀ ਜਿੰਨਾ ਚਿਰ ਪੁੱਤਰ ਕਿਸੇ ਰੁਤਬੇ ਦੇ ਪਹੁੰਚ ਨਾ ਜਾਵੇ। ਮਾਂ ਦੇ ਅੰਦਰ ਅੱਜ ਵੀ ਜਿਹੜੀਆਂ ਮਾਤਾਵਾਂ ਹਨ ਆਪਣੇ ਪੁੱਤਰਾਂ ਨੂੰ ਲੈ ਕੇ ਉਹ ਅਰਦਾਸਾਂ ਕਰਾਉਂਦੀਆਂ ਰਹਿੰਦੀਆਂ ਵੀ ਸਤਿਗੁਰੂ ਕਿਰਪਾ ਕਰਨ, ਇਹ ਭਟਕਣ ਨਾ, ਇਹ ਸਹੀ ਰਸਤੇ 'ਤੇ ਚੱਲਣ, ਇਹ ਆਪਣੇ ਮਕਾਮ ਨੂੰ ਹਾਸਲ ਕਰਨ। ਇੱਕ ਮਾਂ ਦੀ ਇੱਦਾਂ ਦੀ ਭਾਵਨਾ ਹੈ। ਤੈਂ ਵੀ ਮਾਤਾ ਨਾਨਕੀ ਜੀ ਨੂੰ ਧੀਰਜ ਪ੍ਰਾਪਤ ਨਹੀਂ ਹੁੰਦਾ। ਉਹਨਾਂ ਨੇ ਆਪਣੀ ਪਦੀ ਸਤਿਗੁਰਾਂ ਦੇ ਸਨਮੁਖ ਹੱਥ ਜੋੜ ਕੇ ਇਹ ਨਿਮਾਣੇ ਬਣ ਕੇ ਬੇਨਤੀਆਂ ਕਰਦੇ ਰਹਿਣਾ। ਨਿਸ ਦਿਨ ਬੀਤੈ ਗਿਣਤਿਓ ਗਿਣਤੀ। ਇਹਨਾਂ ਰਾਤ ਦਿਨ ਦਾ ਸਮਾਂ ਜਦੋਂ ਹੁਣ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਤਖਤ ਮਿਲਿਆ, ਮਾਤਾ ਨਾਨਕੀ ਜੀ ਦੇ ਮਨ ਦੇ ਵਿਚਾਰ ਇਹ ਚਿੰਤਾਵਾਂ ਹੋਰ ਵਧੀਆਂ ਹਨ। ਚਿਤ ਤੇ ਕਰੇ ਗੁਰਨ ਸੋ ਬਿਨਤੀ। ਹੁਣ ਆਪਣੇ ਚਿੱਤ ਤੋਂ ਵੱਡਿਆਂ ਸਤਿਗੁਰਾਂ ਦੇ ਸਨਮੁਖ ਬੇਨਤੀ ਕਰਦੇ, ਕਾਲ ਪੁਰਖ ਜੀ ਦੇ ਸਨਮੁਖ। ਸ਼੍ਰੀ ਨਾਨਕ ਜੀ ਬਨੋ ਸਹਾਈ। ਹੁਣ ਤਾਂ ਬਿਲਕੁਲ ਮਾਤਾ ਨਾਨਕੀ ਜੀ ਦਾ ਚਿੱਤ ਵੀ ਪਹਿਲਾਂ ਵੀ ਪਾਦੀ ਸਤਿਗੁਰਾਂ ਦੇ ਸਨਮੁਖ ਆਪਣੇ ਸਾਹਿਬਜ਼ਾਦੇ ਜੀ ਦੇ ਪਰਥਾਏ ਵੀ ਇਹ ਬਹੁਤਾ ਕਿਸੇ ਨਾਲ ਬੋਲਦੇ ਨਹੀਂ, ਇਕਾਂਤ ਹੀ ਰਹਿੰਦੇ ਹਨ, ਇਹ ਸ਼ਾਂਤ ਹੀ ਰਹਿੰਦੇ, ਇਕੱਲੇ ਬੈਠੇ ਰਹਿੰਦੇ ਹਨ, ਇਹਨਾਂ ਦਾ ਨਿਰਵਾਹ ਕਿਵੇਂ ਹੋਵੇਗਾ। ਇਹ ਤਾਂ ਉਹਨਾਂ ਨੇ ਬੇਨਤੀਆਂ ਕਰਦੇ ਰਹਿਣਾ। ਹੁਣ ਸਾਧ ਸੰਗਤ ਜਦੋਂ ਪਤਾ ਲੱਗਾ ਵੀ ਗੁਰਤਾ ਗੱਦੀ ਦਾ ਤਖਤ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਪ੍ਰਾਪਤ ਹੋਇਆ, ਤੇ ਮਾਤਾ ਨਾਨਕੀ ਜੀ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਬੇਨਤੀ ਕਰਨ ਲੱਗੇ ਹਨ। ਮਮ ਸੁਤ ਕੋ ਹੋਵੈ ਵਡਿਆਈ। ਕਹਿਣ ਲੱਗੇ ਮਹਾਰਾਜ ਕਿਰਪਾ ਕਰੋ, ਮੇਰੇ ਸਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੀ ਜਗਤ ਸੰਸਾਰ ਵਿੱਚ ਵਡਿਆਈ ਹੋਵੇ। ਅਹੋ ਨਿਮਾਨਨ ਕੇ ਤੁਮ ਮਾਨ। ਕਿਉਂਕਿ ਮਹਾਰਾਜ ਜਿਹੜੇ ਨਿਮਾਣੇ ਹਨ, ਜਿਨ੍ਹਾਂ ਦਾ ਕਿਸੇ ਪਾਸੇ ਤੋਂ ਵੀ ਕੋਈ ਮਾਣ ਨਹੀਂ ਹੁੰਦਾ, ਉਹਨਾਂ ਨੂੰ ਤੁਸੀਂ ਮਾਣ ਬਖਸ਼ਣ ਵਾਲੇ ਹੋ। ਸਦਾ ਨਿਤਾਨਨ ਕੇ ਬੜ ਤਾਨ। ਅਤੇ ਸਦਾ ਹੀ ਨਿਤਾਣਿਆਂ ਦੇ ਤੁਸੀਂ ਤਾਣ ਹੋ, ਜਿਹੜੇ ਬਲ ਤੋਂ ਹੀਣੇ ਹਨ ਉਹਨਾਂ ਦਾ ਆਸਰਾ ਤੁਸੀਂ ਹੋ। ਬੁੱਧ ਚਤੁਰਾਈ ਕੀਰ ਸਹਾਏ। ਫਿਰ ਬੁੱਧੀ ਵੀ ਚਤੁਰਤਾ ਵੀ ਸ਼੍ਰੇਸ਼ਟ ਮਤ ਵੀ ਤੁਸੀਂ ਬਖਸ਼ਣ ਵਾਲੇ ਹੋ। ਨਿਜ ਨਿਜ ਹਿਤ ਸਭ ਕਰਹਿ ਉਪਾਏ। ਆਪੋ ਆਪਣੇ ਕਾਰਜਾਂ ਵਾਸਤੇ ਸਾਰੇ ਯਤਨ ਕਰ ਲੈਂਦੇ ਹਨ। ਮਮ ਸੁਤ ਸਭ ਬਾਤਨ ਤੇਹੀ। ਪਰ ਸਾਡਾ ਸਪੁੱਤਰ ਜੋ ਗੁਰੂ ਤੇਗ ਬਹਾਦਰ ਸਾਹਿਬ ਹਨ, ਇਹ ਤਾਂ ਸਾਰੀਆਂ ਹੀ ਬਾਤਾਂ ਗੱਲਾਂ ਤੋਂ ਪਿੱਛੇ ਹਨ। ਮਸਤ ਸੁਭਾਵਨ ਕਛੂ ਪਰਬੀਨ। ਵੀ ਇਹ ਤਾਂ ਰਤਾ ਵੀ ਚਲਾਕ ਚੁਸਤ ਨਹੀਂ ਹਨ, ਵੀ ਇਹ ਤਾਂ ਸ਼ਾਂਤ ਹੀ ਬੈਠੇ ਰਹਿੰਦੇ ਹਨ। ਕਿਉਂਕਿ ਸਤਿਗੁਰੂ ਜੀ ਦੀ ਬਿਰਤੀ ਸੀ ਵੀ ਇੱਕ ਰਸ ਰਹਿਣਾ, ਭਾਵੇਂ ਦੁੱਖ ਹੈ, ਭਾਵੇਂ ਸੁੱਖ ਹੈ, ਭਾਵੇਂ ਭੁੱਖ ਪਿਆਸ ਹੈ। ਤੋ ਮਾਤਾ ਨਾਨਕੀ ਜੀ ਫਿਕਰ ਕਰਦੇ ਵੀ ਇਹ ਤਾਂ ਰੰਚਕ ਮਾਤਰ ਵੀ ਕੋਈ ਚੁਸਤ ਚਲਾਕ ਨਹੀਂ ਹਨ। ਇਮ ਦਿਨ ਕੇਤਕ ਜਬ ਹੈ ਬਿਤਾਏ। ਇਹ ਤਾਂ ਜਦੋਂ ਕੁਝ ਕੁ ਦਿਨ ਦਾ ਸਮਾਂ ਬੀਤਿਆ ਹੈ, ਸ਼੍ਰੀ ਹਰਿ ਰਾਏ ਸੋ ਗੁਰਤਾ ਪਾਏ। ਗੁਰਤਾ ਗੱਦੀ ਦੇ ਤਖਤ ਸਿੰਘਾਸਣ ਤੇ ਗੁਰੂ ਹਰਿਰਾਏ ਸਾਹਿਬ ਜੀ ਬਿਰਾਜਮਾਨ ਹੋਏ ਤੇ ਕੁਝ ਕੁ ਦਿਨ ਲੰਘ ਗਏ ਹਨ। ਕਹਿਤ ਨਿਤਾ ਪ੍ਰਤ ਪ੍ਰਭ ਕੇ ਸਾਥ। ਇਧਰ ਮਾਤਾ ਨਾਨਕੀ ਦੀ ਨਿਤਾ ਪ੍ਰਾਤੀ ਜਿੱਥੇ ਪਹਿਲਾਂ ਵੀ ਪਦੀ ਸਤਿਗੁਰਾਂ ਦੇ ਸਨਮੁਖ ਐਸੇ ਭਜਨ ਕਰਦੇ ਸਨ, ਹੁਣ ਵੀ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਰਹਿੰਦੇ ਹਨ।
ਚਿਤਵ ਨਾਨਕੀ ਚਿੰਤਾ ਗਾਥ ਅਤੇ ਬੜੀ ਚਿੰਤਾ ਕਰਦੇ ਆਉਣ ਵਾਲੇ ਸਮੇਂ ਨੂੰ ਲੈ ਕਰਕੇ। ਪੂਰਬ ਸੂਰਤ ਹਿਰਦੈ ਦੁਖਾਰੀ ਅਤੇ ਬਹੁਤ ਜ਼ਿਆਦਾ ਜਿਹੜਾ ਵਿਸੂਰਦੇ ਹਨ, ਦੁਖੀ ਹੁੰਦੇ ਹਨ ਚਿੰਤਾ ਕਰਕੇ। ਕੁਛ ਬਸ ਚੱਲੈ ਨਾ ਹੋਤ ਲਚਾਰੀ ਪਰ ਵਸ ਕੁਝ ਨਹੀਂ ਚੱਲਦਾ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਜਗਤ ਦੇ ਸੰਸਾਰ ਦੇ ਮਾਲਕ ਹਨ। ਜੋ ਸਤਿਗੁਰਾਂ ਨੇ ਕੀਤਾ ਉਹ ਟਲ ਹੈ। ਇਸ ਕਰਕੇ ਮਾਤਾ ਨਾਨਕੀ ਜੀ ਲਾਚਾਰ ਹਨ। ਔਰ ਤਪਤਾਏ ਅਜੋਗ ਵਿਚਾਰੈ ਅਤੇ ਜਦੋਂ ਫਿਰ ਚਿੰਤਾ ਦੇ ਨਾਲ ਹਿਰਦਾ ਤਪਦਾ ਤੇ ਕੁਝ ਜੋਗ ਜਿਹੜੀਆਂ ਵਿਚਾਰਾਂ ਹਨ ਉਹ ਫਿਰ ਚੱਲਣ ਲੱਗ ਪੈਂਦੀਆਂ ਮਨ ਦੇ ਅੰਦਰ, ਕਿਉਂਕਿ ਚਿੰਤਾ ਦੇ ਵਿੱਚ ਕਈ ਵਿਚਾਰਾਂ ਜਿਹੜੀਆਂ ਚੱਲਦੀਆਂ ਮਨ ਦੇ ਅੰਦਰ। ਅਸ ਗੁਰ ਕੀ ਸੁਧ ਸ਼ਕਤ ਨ ਧਾਰੈ ਵਿਚਾਰਦੇ ਮਾਤਾ ਨਾਨਕੀ ਜੀ ਵੀ ਜੇ ਗੁਰੂ ਸਾਹਿਬ ਜੀ ਬੜੇ ਸਮਰੱਥ ਹਨ, ਸਰਬ ਕਲਾ ਸਮਰੱਥ ਹਨ, ਤੇ ਜੇ ਗੁਰੂ ਸਾਹਿਬ ਜੀ ਦੇ ਸੁਪੁੱਤਰ ਵੀ ਉਹ ਸਮਰੱਥਾ ਵਾਲੇ ਕੀ ਨਹੀਂ ਹੋਣਗੇ, ਉਹਨਾਂ ਦੇ ਵਿੱਚ ਕੀ ਕੋਈ ਬਰਕਤਾਂ ਜਿਹੜੀਆਂ ਕਲਾ ਨਹੀਂ ਹੋਣਗੀਆਂ। ਪੌਤਰੇ ਸਰਬ ਭਾਂਤ ਵਡਿਆਏ ਵੀ ਗੁਰੂ ਸਾਹਿਬ ਜੀ ਦੇ ਪੁੱਤਰ ਸ਼ਕਤੀ ਨਹੀਂ ਰੱਖਦੇ, ਵੀ ਆਪਣੇ ਪੋਤਰਿਆਂ ਨੂੰ ਮਹਾਰਾਜ ਜੀ ਨੇ ਬੜਾ ਨਿਵਾਜਿਆ ਦਾਤਾਂ ਦੇ ਕੇ। ਰਖ ਛੂਚੇ ਸਭ ਆਨੰਦ ਬਿਠਾਏ ਪਰ ਆਪਣੇ ਜਿੰਨੇ ਵੀ ਪੁੱਤਰ ਹਨ ਸਤਿਗੁਰਾਂ ਦੇ ਸਾਹਿਬਜ਼ਾਦੇ, ਉਹਨਾਂ ਨੂੰ ਬਿਲਕੁਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖਾਲੀ ਰੱਖਿਆ ਹੈ। ਇੱਕ ਦਿਨ ਮੈਂ ਸ੍ਰੀ ਹਰਗੋਬਿੰਦ ਇੱਕ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹਿਤ ਆਹਾਰ ਕੇ ਬਾਹੁ ਬਿਲੰਦ ਸਤਿਗੁਰੂ ਮਹਾਰਾਜ ਜੀ ਜੋ ਮਹਾਬਲੀ ਸਤਿਗੁਰੂ ਜੀ ਹਨ, ਭੋਜਨ ਛਕਣ ਵਾਸਤੇ ਹਿਰਦੈ ਆਨੰਦਤ ਚੱਲ ਕਰ ਆਏ ਬੜੇ ਆਨੰਦ ਦੇ ਨਾਲ ਮਹਾਰਾਜ ਜੀ ਚੱਲ ਕੇ ਆਏ ਆਪਣੇ ਮਹਿਲਾਂ ਵਿਖੇ। ਦੀਰਘ ਦਰਸ਼ਨ ਦੁਤੀ ਸੁਹਾਏ ਜਿਹੜੇ ਸਤਿਗੁਰਾਂ ਦਾ ਬੜਾ ਢੀਲ ਵਾਲਾ ਲੰਮਾ ਚੌੜਾ ਸਤਿਗੁਰਾਂ ਦਾ ਸਰੀਰ ਹੈ। ਕੁੰਜਰ ਮਦ ਬਿਲੰਦ ਜੁਤ ਜੈਸੇ ਬੜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ੋਭਨੀਕ ਹੈ, ਵੀ ਬੜੇ ਸੁੰਦਰ ਦਰਸ਼ਨ ਹਨ। ਅਤੇ ਮਸਤ ਹਾਥੀ ਦੀ ਤਰ੍ਹਾਂ ਮਹਾਰਾਜ ਜੀ ਦੀ ਚਾਲ ਮਨ ਨੂੰ ਮੋਹਤ ਲੈਣ ਵਾਲੀ, ਮੋਹਤ ਕਰ ਲੈਣ ਵਾਲੀ ਹੈ। ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਵੇਂ ਬਚਨ ਹਨ, ਇਹ ਬੜੀ ਮਸਤ ਚਾਲ ਦੇ ਨਾਲ ਚੱਲਦੇ ਜਿਹੜੇ ਸਤਿਗੁਰੂ ਬੜੇ ਮਹਾਬਲੀ ਯੋਧੇ ਹਨ, ਉਹ ਪ੍ਰਸ਼ਾਦ ਪਾਣੀ ਛਕਣ ਵਾਸਤੇ ਆਪਣੇ ਮਹਿਲਾਂ ਵੱਲ ਨੂੰ ਆਏ ਹਨ। ਗਮਨਤ ਸ਼ੋਭਾ ਪ੍ਰਾਪਤ ਤੈਸੇ ਬੜੀ ਸੱਚੇ ਪਾਤਸ਼ਾਹ ਜੀ ਦੀ ਸੋਭਾ ਸੁੰਦਰ ਚਾਲ ਜਦੋਂ ਮਹਾਰਾਜ ਜੀ ਚਰਨ ਧਰਤੀ ਦੇ ਉੱਪਰ ਰੱਖ ਕੇ ਚੱਲਦੇ ਹਨ। ਬੈਠੇ ਆਸਨ ਪਰ ਸ਼ੁਭ ਥਾਨ ਮਹਾਰਾਜ ਆਣ ਕੇ ਆਪਣੇ ਆਸਣ ਤੇ ਪਲੰਘੇ ਤੇ ਜਿਹੜਾ ਬਿਰਾਜਮਾਨ ਹੋਏ ਹਨ। ਥਾਰ ਪਰੋਸਿਓ ਅਸਨ ਮਹਾਨ ਅੱਗੇ ਸਾਧ ਸੰਗਤ ਮਾਤਾ ਨਾਨਕੀ ਜੀ ਥਾਲ ਪਰੋਸ ਕੇ ਮਹਾਰਾਜ ਜੀ ਦੇ ਅੱਗੇ ਸਨਮੁਖ ਰੱਖਦੇ ਸਨ। ਇਹ ਤਾਂ ਕਹਿੰਦੇ ਵੀ ਭੋਜਨ ਦਾ ਥਾਲ ਪਰੋਸਿਆ ਹੈ। ਸੂਖਮ ਚਾਵਰ ਅਨਕ ਪ੍ਰਕਾਰੇ ਅਤੇ ਬਹੁਤੇ ਜਿਹੜੇ ਲੰਮੇ ਲੰਮੇ ਬਰੀਕ ਜਿਵੇਂ ਬਾਸਮਤੀ ਦੇ ਚੌਲ ਹਨ, ਐਸੇ ਸੂਪਕਾਰ ਬੁੱਧ ਬਾਤ ਸੁਧਾਰੇ ਬੁੱਧ ਸਾਧ ਸੁਧਾਰੇ ਤੇ ਸੂਪਕਾਰ ਰਸੋਈਏ ਨੇ। ਇਹ ਪ੍ਰਸ਼ਾਦ ਪਾਣੀ ਬਣਾਉਣ ਵਾਲੇ ਨੇ ਬੜੀ ਸਿਆਣਪ ਦੇ ਨਾਲ ਸ਼ਰਧਾ ਦੇ ਨਾਲ ਤਿਆਰ ਕੀਤੇ ਹਨ। ਮਧੁਰ ਸਲਵਣ ਤੁਰਸ਼ ਚਰ ਪਰੇ ਕਹਿਣ ਲੱਗੇ ਵੀ ਇਸ ਤਰ੍ਹਾਂ ਜਿਹੜੇ ਮਧੁਰ ਹਨ, ਖੱਟੇ ਮਿੱਠੇ, ਅਤੇ ਇਸੇ ਤਰ੍ਹਾਂ ਸਲੂਣੇ ਜਿਹੜੇ ਭੋਜਨ ਹਨ। ਪਾਇਸ ਆਦ ਆਹਾਰ ਜੇ ਕਰੇ ਇਹ ਸਾਰੇ ਥਾਲ ਦੇ ਵਿੱਚ ਪਰੋਸ ਕੇ ਸਤਿਗੁਰਾਂ ਦੇ ਅੱਗੇ ਰੱਖੇ ਹਨ। ਪਾਨ ਪਖਾਰ ਪਾਨ ਕੇ ਸਾਥ ਸਤਿਗੁਰਾਂ ਨੇ ਆਪਣੇ ਜਿਹੜੇ ਹੱਥ ਨੇ ਜਲ ਦੇ ਨਾਲ ਸਾਫ਼ ਕੀਤੇ, ਸਵੱਛ ਕੀਤੇ ਹਨ। ਅਚਵਨ ਕਰਨ ਲੱਗੇ ਜਬ ਨਾਥ ਚੌਂਕੜਾ ਮਾਰ ਕੇ ਮਹਾਰਾਜ ਜੀ ਆਪਣੇ ਪਲੰਘ ਤੇ ਬੈਠੇ ਭੋਜਨ ਦਾ ਪ੍ਰਸ਼ਾਦੇ ਵਾਲਾ ਥਾਲ ਮਹਾਰਾਜ ਜੀ ਦੇ ਅੱਗੇ ਰੱਖਿਆ। ਇਹ ਤਾਂ ਬੜੇ ਆਨੰਦ ਦੇ ਨਾਲ ਬੈਠ ਕੇ ਜਦੋਂ ਮਹਾਰਾਜ ਜੀ ਪ੍ਰਸ਼ਾਦਾ ਛਕਣ ਲੱਗ ਪਏ ਹਨ। ਲੱਖ ਅਵਕਾਸ਼ ਨਾਨਕੀ ਆਈ ਐਸਾ ਮੌਕਾ ਦੇਖ ਕਰਕੇ ਚਰਨਾਂ ਵਾਲੇ ਪਾਸੇ ਆਣ ਕੇ ਮਾਤਾ ਨਾਨਕੀ ਜੀ ਬੈਠੇ ਹਨ। ਬੈਠੀ ਅਬ ਬੰਦਨ ਕਰ ਸਾਈ ਨਮਸਕਾਰ ਕਰਕੇ ਮੱਥਾ ਟੇਕ ਕੇ ਜਗਤ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਤਾ ਨਾਨਕੀ ਜੀ ਬੈਠ ਗਏ ਹਨ। ਸਨੈ ਸਨੈ ਗੁਰ ਅਚੈ ਆਹਾਰਾ ਇੱਧਰ ਹੌਲੀ ਹੌਲੀ ਸਹਿਜੇ ਸਹਿਜੇ ਬੁਰਕੀ ਤੋੜ ਕੇ ਆਪਣੇ ਹੱਥਾਂ ਦੇ ਨਾਲ ਛੇਵੇਂ ਪਾਤਸ਼ਾਹ ਜੀ
ਮੁਖ ਦੇ ਵਿੱਚ ਪਾ ਕੇ ਭੋਜਨ ਛਕ ਰਹੇ ਹਨ। ਹਾਥ ਜੋਰ ਪਤ ਸਾਥ ਉਚਾਰਾ। ਇਧਰ ਮਾਤਾ ਨਾਨਕੀ ਜੀ ਹੱਥ ਜੋੜ ਕੇ ਆਪਣੇ ਪਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਆਪਣੀ ਬੇਨਤੀ ਕਰਨ ਲੱਗੇ, ਕਹਿਣ ਲੱਗੇ ਹਨ। ਸੁਨੋ ਗਰੀਬ ਨਿਵਾਜ ਸੋ ਅਰਜੀ। ਕਹਿਣ ਲੱਗੇ, ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਜੀ ਕਿਰਪਾ ਕਰੋ, ਇੱਕ ਜਿਹੜੀ ਤੁਹਾਡੀ ਨਿਮਾਣੀ ਦਾਸੀ ਦੀ ਇਹ ਬੇਨਤੀ ਹੈ। ਮੋਹਿ ਬਤਾਵੋ ਆਪਨ ਮਰਜੀ। ਮਹਾਰਾਜ ਤੁਸੀਂ ਕਿਰਪਾ ਕਰੋ, ਮੇਰੇ ਮਨ ਦੇ ਅੰਦਰ ਇੱਕ ਸ਼ੰਕਾ ਹੈ ਤੁਹਾਡੇ ਪ੍ਰਤੀ, ਉਹ ਕਿਰਪਾ ਕਰਕੇ ਮੇਰਾ ਸ਼ੰਕਾ ਜਿਹੜਾ ਮੇਰੀ ਬੇਨਤੀ ਹੈ ਉਹ ਆਪ ਸੱਚੇ ਪਾਤਸ਼ਾਹ ਵੀ ਉੱਤਰ ਦੇਣਾ ਕਰੋ ਦੀ। ਸਭ ਤੇ ਲਗ ਨੰਦਨ ਇਹ ਮੇਰੋ। ਵੀ ਸਾਰਿਆਂ ਤੋਂ ਛੋਟਾ ਜਿਹੜਾ ਮੇਰਾ ਨੰਦਨ ਭਾਵ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ। ਇਸ ਦਿਸ਼ ਤੇ ਸੰਸੈ ਬਹੁ ਤੇਰੋ। ਵੀ ਇਹਨਾਂ ਨੂੰ ਲੈ ਕੇ ਮੇਰੇ ਮਨ ਦੇ ਅੰਦਰ ਬੜਾ ਸ਼ੰਕਾ ਹੈ ਤੁਹਾਡੇ ਉੱਪਰ। ਕਹਾਂ ਭਵਿੱਖਤ ਮੈਂ ਇਹੋ ਕਰ ਹੈ। ਵੀ ਭਵਿੱਖਿਅਤ ਦੇ ਸਮੇਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਕਿਸ ਤਰ੍ਹਾਂ ਦਾ ਭਾਵ ਵੀ ਜੀਵਨ ਨਿਰਵਾਹ ਹੋਵੇਗਾ, ਇਹ ਕੀ ਕਰਨਗੇ ਆਉਣ ਵਾਲੇ ਸਮੇਂ ਦੇ ਅੰਦਰ। ਬੁੱਧ ਵਿਵਹਾਰ ਏਕ ਨਹਿ ਧਰ ਹੈ। ਵੀ ਕਿਸੇ ਕਾਰਜ ਦੇ ਵਿੱਚ ਕੋਈ ਇਹਨਾਂ ਦੀ ਰੁਚੀ ਨਹੀਂ, ਕੋਈ ਵਿਹਾਰ ਕਰਨ ਵਾਲੀ ਕੋਈ ਇਹਨਾਂ ਦੀ ਬੁੱਧੀ ਨਹੀਂ ਹੈ। ਕਿਤ ਇਹ ਜਾਏ ਬਸੈ ਕਿਸ ਥਾਨ। ਇਹ ਸ਼ਾਂਤ ਸੁਭਾਅ ਦੇ ਵਿੱਚ ਰਹਿੰਦੇ, ਕਿਸੇ ਨਾਲ ਬੋਲਦੇ ਨਹੀਂ, ਕਿਸੇ ਕਾਰਜ ਨੂੰ ਲੈ ਕੇ ਜਦੋਂ ਕੋਈ ਕਿਸੇ ਨਾਲ ਗੱਲਬਾਤ ਹੀ ਨਹੀਂ ਕਰਦੇ, ਇਹ ਫਿਰ ਆਪਣਾ ਜੀਵਨ ਕਿਸ ਤਰ੍ਹਾਂ ਚਲਾਉਣਗੇ, ਕਿਸ ਤਰ੍ਹਾਂ ਕਹਿਣ ਲੱਗੇ ਵੀ ਇਹ ਕਿੱਧਰ ਜਾਣਗੇ। ਕਿਮ ਠਾਨੈ ਆਪਣੀ ਗੁਜਰਾਨ। ਇਹ ਕਿੱਥੇ ਜਾ ਕੇ ਕਿਹੜੇ ਸਥਾਨ ਤੇ ਬੈਠਣਗੇ, ਕਿਵੇਂ ਆਪਣਾ ਜੀਵਨ ਜਿਹੜਾ ਉਹ ਚਲਾਉਣਗੇ। ਦਈ ਸ਼ਕਤ ਅਰ ਦੋਨੋਂ ਨਗਰੀ। ਮਹਾਰਾਜ ਜਿਹੜੇ ਤੁਹਾਡੇ ਦੋਨੇ ਪੋਤਰੇ ਸਨ, ਉਹਨਾਂ ਦੋਨਾਂ ਪੋਤਰਿਆਂ ਨੂੰ ਮਹਾਰਾਜ ਆਪ ਜੀ ਨੇ ਸ਼ਕਤੀਆਂ ਦਿੱਤੀਆਂ, ਅਤੇ ਜਿਹੜੇ ਦੋਨੇ ਨਗਰ ਹਨ ਪੌਤਰ ਭਏ ਮਾਲਕ ਵਤ ਸਗਰੀ। ਵੀ ਤੁਹਾਡੇ ਜਿਹੜੇ ਦੋਵੇਂ ਪੋਤਰੇ ਹਨ ਵੀ ਧੀਰਮਲ ਕਰਤਾਰਪੁਰ ਦਾ ਮਾਲਕ ਬਣ ਕੇ ਬੈਠ ਗਿਆ। ਇਸੇ ਤਰ੍ਹਾਂ ਸ਼੍ਰੀ ਹਰਿ ਰਾਏ ਸਾਹਿਬ ਜੀ ਗੁਰਤਾ ਗੱਦੀ ਦੇ ਸਿੰਘਾਸਣ ਤੇ ਬੈਠੇ, ਉਹ ਸ਼੍ਰੀ ਕੀਰਤਪੁਰ ਸਾਹਿਬ ਜੀ ਦੇ ਮਾਲਕ ਬਣ ਗਏ। ਇਹ ਤੁਹਾਡੇ ਦੋਨੇ ਪੋਤਰਿਆਂ ਨੇ ਸਾਰੀਆਂ ਵਸਤੂਆਂ ਸੰਭਾਲ ਲਈਆਂ ਹਨ। ਸੋ ਗਰੀਬ ਤੁਮ ਜਾਣਿਓ ਨਾਹੀ। ਪਰ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਗਰੀਬ ਹਨ, ਸ਼ਾਂਤ ਸੁਭਾਅ ਵਾਲੇ ਹਨ, ਉਹਨਾਂ ਨੂੰ ਤੁਸੀਂ ਜਾਣਿਆ ਸਮਝਿਆ ਨਹੀਂ ਹੈ। ਲਗ ਨੰਦਨ ਸ਼ਕਤ ਨ ਜਿਸ ਮਾਹੀ। ਉਹ ਬੜੇ ਛੋਟੇ ਹਨ, ਜਿਨ੍ਹਾਂ ਵਿੱਚ ਕੋਈ ਕਾਰਜ ਕਰਨ ਦੀ ਕੋਈ ਐਸੀ ਸਮਰੱਥਾ ਸ਼ਕਤੀ ਨਹੀਂ ਹੈ। ਕਰਹਿ ਵਿਰੋਧ ਧੀਰ ਮਲ ਭਾਰਾ। ਅਤੇ ਮਹਾਰਾਜ ਤੁਹਾਡੇ ਪਰਿਵਾਰ ਦਾ ਧੀਰਮਲ ਬੜਾ ਵਿਰੋਧ ਕਰਦਾ ਹੈ। ਪ੍ਰਵੇਸ਼ਨ ਦੇ ਨਾ ਪੁਰ ਕਰਤਾਰਾ। ਕਿ ਜਿਹੜਾ ਧੀਰਮਲ ਉਹ ਸਾਰਾ ਕੁਝ ਮਲ ਕੇ ਬੈਠਾ ਹੈ ਕਰਤਾਰਪੁਰ, ਜੇ ਅਸੀਂ ਉਧਰ ਨੂੰ ਵੀ ਕੱਲ ਨੂੰ ਜਾਵਾਂਗੇ ਉਹ ਕਰਤਾਰਪੁਰ ਵਿੱਚ ਨਹੀਂ ਵੜਨ ਦਵੇਗਾ। ਕੀਰਤਪੁਰ ਕੇ ਸਹਿਤ ਸੁਗਾਦੀ। ਅਤੇ ਕੀਰਤਪੁਰ ਸਾਹਿਬ ਜੀ ਦੇ ਸਮੇਤ ਜੋ ਗੁਰਤਾ ਗੱਦੀ ਦਾ ਸਿੰਘਾਸਣ ਹੈ, ਸ਼੍ਰੀ ਹਰਿ ਰਾਏ ਪਾਏ ਸੁਖ ਸ਼ਾਦੀ। ਉਹ ਸਾਰਾ ਕੁਝ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਪ੍ਰਾਪਤ ਕਰ ਲਿਆ ਹੈ। ਸੂਰਜ ਮਲ ਕੋ ਬਾਕ ਬਖਾਨਾ। ਅਤੇ ਸੂਰਜ ਮਲ ਜੀ ਦੇ ਨਾਲ ਤੁਸੀਂ ਇਹ ਭਜਨ ਕੀਤੇ ਹਨ। ਤਿਸ ਕੋ ਵਰਦੈ ਬੰਸ ਮਹਾਨਾ। ਇਹ ਬਾਬਾ ਸੂਰਜ ਮਲ ਦੀ ਦਾ ਅੰਸ਼ ਬੰਸ ਬੜਾ ਵਧੇਗਾ ਜਗਤ ਸੰਸਾਰ ਤੇ। ਗੁਰਤਾ ਪੀ ਕਬ ਹੂੰ ਤੇ ਬੰਸ। ਕਹਿਣ ਲੱਗੇ ਵੀ ਗੁਰਤਾ ਵੀ ਕਬਹੂ ਕੇ ਤੁਵ ਬੰਸ। ਵੀ ਇਹ ਉਹ ਸਮਝ ਲੈਣ ਵੀ ਜਿਵੇਂ ਗੁਰੂ ਸਾਹਿਬਾਨਾਂ ਦਾ ਸਤਿਕਾਰ ਹੈ, ਇਸੇ ਤਰ੍ਹਾਂ ਦਾ ਬਾਬਾ ਸੂਰਜ ਮਲ ਜੀ ਦੀ ਅੰਸ਼ ਬੰਸ ਦਾ ਸਤਿਕਾਰ ਹੋਵੇਗਾ ਗੁਰੂ ਸਾਹਿਬਾਨਾਂ ਦੇ ਸਮਾਨ। ਪਾਵਹਿ ਗੋਦਾਰਿਤ ਵਿਦਵੰਸ। ਅਤੇ ਉਹ ਸਾਰੇ ਆਪਣੇ ਦਲਿੱਦਰ ਨਾਸ ਕਰਕੇ ਸਾਰੇ ਮਾਣ ਸਤਿਕਾਰ ਜਗਤ ਸੰਸਾਰ ਦੇ ਵਿੱਚ ਪ੍ਰਾਪਤ ਕਰਨਗੇ। ਜੋ ਬਾਬਾ ਸੂਰਜ ਮਲ ਜੀ ਦੀ ਅੰਸ਼ ਬੰਸ ਉਹਨਾਂ ਦੇ ਪਰਿਵਾਰ ਵਿੱਚ ਅੱਗੇ ਹੋਣਗੇ ਵੀ ਇਹ ਵਰ ਤੁਸੀਂ ਉਹਨਾਂ ਨੂੰ ਬਖਸ਼ਿਸ਼ ਕੀਤਾ ਹੈ। ਮਮ ਸੁਤ ਕੋ ਕਿਮ ਦੇਤ ਨ ਗੁਰਤਾ। ਕਹਿਣ ਲੱਗੇ ਫਿਰ ਮਹਾਰਾਜ ਕਿਸੇ ਤਰ੍ਹਾਂ ਦੇ ਨਾਲ ਵੀ ਤੁਸੀਂ ਸਾਡੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਨਹੀਂ ਬਖਸ਼ੀ ਹੈ।
ਤੁਮਰੇ ਅਨੁਸਾਰੀ ਨਿਤ ਵਰਤਾ। ਇਹ ਤਾਂ ਕਿਸੇ ਨਾਲ ਉੱਚਾ ਨੀਵਾਂ ਅੱਜ ਤੱਕ ਬੋਲੇ ਨਹੀਂ, ਤੁਹਾਡੀ ਆਗਿਆ ਵਿੱਚ ਹੀ ਰਹੇ ਹਨ। ਗਨ ਬਿਕਾਰ ਹੰਕਾਰ ਜੇ ਆਦ। ਮਹਾਰਾਜ ਚਤੁਰਾਈਆਂ ਕਰਨੀਆਂ, ਸਿਆਣਪਾਂ ਵਰਤਣੀਆਂ, ਹੰਕਾਰ ਆਦਿਕ ਜਿਹੜੇ ਹੋਰ ਵਕਾਰ ਹਨ, ਧਰੇ ਨ ਕਬਹੂ ਕਰਹਿ ਪ੍ਰਮਾਦ। ਉਹ ਭੁੱਲ ਕਰਕੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਾਰਨ ਨਹੀਂ ਕੀਤੇ। ਵੀ ਲੇਸ਼ ਮਾਤਰ ਵੀ ਇਹਨਾਂ ਦੇ ਹਿਰਦੇ ਦੇ ਅੰਦਰ ਕੋਈ ਇਸ ਤਰ੍ਹਾਂ ਦਾ ਵਕਾਰ ਨਹੀਂ ਹੈ। ਬਿਨ ਗੁਰਤਾ ਕੀ ਸ਼ਕਤ ਬਹੀਨਾ। ਇਹ ਬੜੇ ਮਹਾਨ ਹਨ, ਸ਼ਾਨ ਸਰੂਪ ਵਾਲੇ ਹਨ, ਪਰ ਗੁਰਤਾ ਗੱਦੀ ਦੀ ਸ਼ਕਤੀ ਤੋਂ ਬਿਨਾ ਮਮ ਸੁਤ ਕੋ ਸਕਹਿ ਨ ਚੀਨਾ। ਮੇਰੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੌਣ ਪਹਿਚਾਣੇਗਾ, ਕੌਣ ਜਾਣੇਗਾ? ਕੌਣ ਸਿੱਖ ਚਲ ਕਰ ਢਿਗ ਆਵੈ। ਕੌਣ ਸਿੱਖ ਚੱਲ ਕਰਕੇ ਇਹਨਾਂ ਦੇ ਕੋਲ ਆਵੇਗਾ? ਕੋ ਅਰਪੈ ਭੇਟਨ ਕੋ ਲਿਆਵੈ। ਕੌਣ ਇਹਨਾਂ ਦਾ ਸਤਿਕਾਰ ਕਰੇਗਾ? ਇਹਨਾਂ ਵਾਸਤੇ ਕੌਣ ਰਸਤਾਂ ਬਸਤਾਂ ਲੈ ਕੇ ਆਵੇਗਾ? ਮਰਉ ਬਸੂਰਤ ਦੇਖਤ ਨੰਦਨ। ਜਦੋਂ ਮੈਂ ਆਪਣੇ ਪੁੱਤਰ ਦੀ ਐਸੀ ਹਾਲਤ ਵੇਖਾਂਗੀ, ਮਾਤਾ ਨਾਨਕੀ ਜੀ ਕਹਿੰਦੇ ਮੈਂ ਤਾਂ ਝੂਰਦਿਆਂ ਹੀ ਮਰ ਜਾਵਾਂਗੀ। ਬਨੇ ਸ਼ਰੀਕੀ ਸਭ ਜਗ ਬੰਧਨ। ਅਤੇ ਜਿਹੜੇ ਸਾਡੇ ਸ਼ਰੀਕ ਹਨ ਉਹ ਸਾਰੇ ਜਗਤ ਸੰਸਾਰ ਦੇ ਬੰਧਨਾਂ ਯੋਗ ਬਣ ਗਏ, ਪੂਜਣ ਯੋਗ ਬਣ ਕੇ ਬੈਠ ਗਏ ਹਨ। ਤਿਨ ਕੈ ਸਕਲ ਪਦਾਰਥ ਆਵੈ। ਉਹਨਾਂ ਦੇ ਘਰ ਦੇ ਵਿੱਚ ਸਾਰੇ ਪਦਾਰਥ ਆ ਰਹੇ ਹਨ। ਹਮ ਬੈਠੇ ਤਿਨ ਔਰ ਤਕਾਵੈ। ਅਸੀਂ ਬੈਠੇ ਬਿਠਾਏ ਬਸ ਉਹਨਾਂ ਵਾਲੀ ਦੇਖਦੇ ਰਹਿ ਜਾਵਾਂਗੇ। ਆਸ ਸੁਤ ਪਰ ਕਿਉਂ ਦਇਆ ਨ ਧਰਤੇ। ਐਸੇ ਪੁੱਤਰ ਐਸੇ ਸਾਹਿਬਜ਼ਾਦੇ ਤੇ ਤੁਸੀਂ ਕਿਉਂ ਦਇਆ ਨਹੀਂ ਧਾਰੀ ਹੈ? ਨਿਜ ਸਮਝਾ ਗੁਰ ਕਿਉਂ ਨਹਿ ਕਰਤੇ। ਔਰ ਆਪਣੇ ਸਮਾਨ ਇਹਨਾਂ ਨੂੰ ਗੁਰੂ ਕਿਉਂ ਨਹੀਂ ਬਣਾਇਆ? ਭਾਵੀ ਆਪਣਾ ਗੁਰਤਾ ਗੱਦੀ ਦਾ ਸਿੰਘਾਸਣ ਇਹਨਾਂ ਨੂੰ ਕਿਉਂ ਨਹੀਂ ਦਿੱਤਾ ਹੈ? ਸੁਨੇ ਗੁਰੂ ਭੋਜਨ ਕੋ ਖਾਹੇ। ਨਾਲ ਮਾਤਾ ਜੀ ਦੇ ਬਚਨ ਮਹਾਰਾਜ ਜੀ ਸੁਣ ਰਹੇ, ਨਾਲ ਨਾਲ ਭੋਜਨ ਛਕੀ ਜਾ ਰਹੇ ਹਨ। ਚਿਤ ਮੈਂ ਇਸ ਪਰਵਾਸਾ ਨਾਹੀ। ਮਹਾਰਾਜ ਜੀ ਵਿਚਾਰਦੇ ਵੀ ਮਾਤਾ ਨਾਨਕੀ ਜੀ ਨੂੰ ਬੜਾ ਅਸੀਂ ਸਮਝਾਇਆ ਵੀ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਦੀ ਜੈ ਜੈਕਾਰ ਹੋਵੇਗੀ, ਪਰ ਇਹਨਾਂ ਨੂੰ ਭਰੋਸਾ ਨਹੀਂ ਆਇਆ। ਸਾਧ ਸੰਗਤ ਪਹਿਲਾਂ ਵੀ ਬੇਨਤੀ ਕੀਤੀ ਨਾ ਕਿ ਮਾਤਾ ਦੇ ਅੰਦਰ ਦੀ ਜਿਹੜੀ ਭਾਵਨਾ ਮਮਤਾ ਵੀ ਮੇਰਾ ਪੁੱਤਰ ਕਿਸੇ ਨਾਲ ਬੋਲਦਾ ਹੀ ਨਹੀਂ, ਕੋਈ ਇਹਨਾਂ ਅੰਦਰ ਇਹ ਚਾਤੁਰਤਾ ਹੀ ਨਹੀਂ, ਚਲਾਕੀ ਨਹੀਂ, ਇਹ ਫਿਰ ਸਾਰੇ ਇਹਨਾਂ ਤੋਂ ਅੱਗੇ ਲੰਘ ਜਾਣਗੇ। ਇਹ ਤਾਂ ਮਹਾਰਾਜ ਜੀ ਵਿਚਾਰਦੇ ਵੀ ਮਾਤਾ ਨਾਨਕੀ ਜੀ ਨੂੰ ਸਾਡੇ ਬਚਨਾਂ ਦੇ ਭਰੋਸਾ ਨਹੀਂ ਆਇਆ ਹੈ। ਤ੍ਰਿਪਤ ਹੋਏ ਪੁਨ ਪਾਨੀ ਲੀਨਾ। ਇਹ ਤਾਂ ਸਤਿਗੁਰੂ ਸਾਹਿਬ ਜੀ ਭੋਜਨ ਛਕ ਕੇ ਜਦੋਂ ਤ੍ਰਿਪਤ ਹੋ ਗਏ, ਰੱਜ ਗਏ ਹਨ, ਫਿਰ ਜਲ ਲਿਆ ਹੈ। ਪਾਨ ਪਖਾਰ ਝੁਰੇ ਕੋ ਕੀਨਾ। ਸਤਿਗੁਰੂ ਜੀ ਨੇ ਜਲ ਵਰਤਿਆ, ਚੂੜਾ ਕੀਤਾ, ਮੁਖ ਸਾਫ ਕੀਤਾ ਹੈ। ਕਹਿਓ ਬਾਕ ਧੀਰਜ ਕੋ ਧਾਰ। ਫਿਰ ਸਤਿਗੁਰਾਂ ਨੇ ਬਚਨ ਕੀਤਾ, ਮਾਤਾ ਨਾਨਕੀ ਜੀ ਧੀਰਜ ਧਾਰ ਕੇ ਰੱਖਣਾ ਕਰੋ ਤੁਸੀਂ। ਨਿਜ ਸੁਤ ਸਭ ਲਾਇਕ ਨਿਰਧਾਰ। ਇਹ ਨਿਰਣਾ ਕਰੋ ਤੁਹਾਡਾ ਸੁਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਸਾਰਿਆਂ ਤਰ੍ਹਾਂ ਕਰਕੇ ਯੋਗ ਹੈ। ਬਿਨ ਗੁਰਤਾ ਗੁਰ ਹੀ ਸਮ ਸੋਏ। ਇਹ ਬਿਨਾਂ ਹੀ ਗੁਰਤਾ ਗੱਦੀ ਦੇ ਭਾਵ ਵੀ ਗੁਰੂ ਸਾਹਿਬ ਜੀ ਦੇ ਸਮਾਨ ਹਨ, ਵੀ ਇਹਨਾਂ ਦੇ ਵਿੱਚ ਐਸੇ ਗੁਣ ਹਨ ਵੀ ਇਹ ਗੁਰੂ ਸਾਹਿਬ ਜੀ ਦੇ ਸਮਾਨ ਹੀ ਪੂਜਣ ਯੋਗ ਹਨ। ਪੂਜਨ ਉਚਿਤ ਲਖੈ ਸਭ ਕੋਏ। ਇਹਨਾਂ ਨੂੰ ਸਾਰੇ ਜਾਣਦੇ ਹਨ ਵੀ ਇਹਨਾਂ ਨੂੰ ਨਮਸਕਾਰ ਕਰਨੀ ਬਣ ਆਉਂਦੀ ਹੈ। ਸੁਨਤ ਨਾਨਕੀ ਨੈਣਨ ਨੀਰ। ਜਦੋਂ ਮਾਤਾ ਨਾਨਕੀ ਜੀ ਨੇ ਭਜਨ ਸੁਣਿਆ, ਫਿਰ ਨੇਤਰਾਂ ਦੇ ਵਿੱਚੋਂ ਜਲ ਵਹਿ ਤੁਰਿਆ ਹੈ। ਰੁਦਤ ਬੋਲਤੀ ਸਤਿਗੁਰ ਤੀਰ। ਵਿਰਾਗ ਕਰਦਿਆਂ ਮਹਾਰਾਜ ਜੀ ਦੇ ਸਾਹਮਣੇ ਫਿਰ ਬੇਨਤੀ ਕਰਨ ਲੱਗੇ ਹਨ। ਗਦ ਗਦ ਗਿਰਾ ਦੁਖੀ ਬਹੁ ਹੋਈ। ਇਹ ਸਾਧ ਸੰਗਤ ਗਲਾ ਰੁਕ ਗਿਆ, ਬੋਲਿਆ ਨਹੀਂ ਗਿਆ, ਬੜਾ ਦੁਖੀ ਹੋ ਰਹੇ ਹਨ। ਪਰਾ ਲਬਦ ਹਮ ਸੁਖ ਨਹਿ ਕੋਈ। ਕਹਿਣ ਲੱਗੇ ਮਹਾਰਾਜ ਅਸੀਂ ਤਾਂ ਤੁਹਾਡੀ ਸ਼ਰਨ ਦੇ ਵਿੱਚ ਰਹਿੰਦੇ ਆ, ਇਹ ਸਾਰੇ ਸੁੱਖ ਮਾਣੇ ਹਨ, ਪਰ ਆਪਣੇ ਪੁੱਤਰ ਨੂੰ ਲੈ ਕੇ ਇਹ ਫਿਰ ਵੀ ਚਿੱਤ ਦੇ ਅੰਦਰ ਬੜੀ ਚਿੰਤਾ ਹੈ। ਅਟਲ ਰਾਏ ਸੁਤ ਜੀਓ ਨ ਜਾਨ। ਕਿਉਂਕਿ ਸਾਡੇ ਸਾਹਿਬਜ਼ਾਦੇ ਬਾਬਾ ਟਲ ਰਾਏ ਜੀ ਉਹ ਜੀਵਤ ਨਹੀਂ ਰਹੇ, ਉਹ ਛੋਟੀ ਉਮਰ ਦੇ ਵਿੱਚ ਹੀ ਚਲਾਣਾ ਕਰ ਗਏ। ਉਹਨਾਂ ਨੇ ਸਾਡੀ ਕੁੱਖ ਤੋਂ ਅਵਤਾਰ ਧਾਰਿਆ। ਇੱਕ ਮਾਂ ਦੇ ਸਾਹਮਣੇ ਪੁੱਤਰ ਨੇ ਚਲਾਣਾ ਕਰ ਜਾਣਾ, ਉਹ ਦੁੱਖ ਨੂੰ ਮਾਂ ਹੀ ਜਾਣਦੀ ਹੈ।
ਕਹੇ ਆਪ ਕੇ ਤਿਆਗੇ ਪ੍ਰਾਨ। ਆਪ ਜੀ ਦੇ ਕਹਿਣ ਤੇ ਬਾਬਾ ਟਲ ਰਾਏ ਜੀ ਨੇ ਪ੍ਰਾਣ ਤਿਆਗ ਦਿੱਤੇ ਸਨ। ਤੈਸੀ ਗਤ ਕੁਛ ਜਾਣੀ ਜਾਏ। ਇਸੇ ਤਰ੍ਹਾਂ ਹੀ ਆਉਣ ਵਾਲਾ ਸਮਾਂ ਕੁਝ ਜਾਣਿਆ ਜਿਹੜਾ ਲੱਗ ਰਿਹਾ ਹੈ। ਤੇਗ ਬਹਾਦਰ ਅਬ ਦੁਖ ਪਾਏ। ਤੇ ਹੁਣ ਬਾਬੇ ਟਲ ਰਾਏ ਸਾਹਿਬ ਜੀ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਦੁੱਖ ਪ੍ਰਾਪਤ ਕਰਨਗੇ। ਬੁਝ ਸਮੇਤ ਜੇ ਸਕਹਿ ਕਿ ਨਾਹੀ। ਪਤਾ ਨਹੀਂ ਮੇਰੇ ਸਮੇਤ ਵੀ ਸਾਡੇ ਤੋਂ ਵੀ ਜੀਆ ਜਾਵੇਗਾ ਜਾਂ ਅਸੀਂ ਵੀ ਪਤਾ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਹੁਣ ਜਾਂ ਅਸੀਂ ਜੀਵਤ ਰਵਾਂਗੇ ਜਾਂ ਨਹੀਂ ਰਹਾਂਗੇ। ਕਰਿਓ ਅਨਾਦਰ ਸਹਿਓ ਨਾ ਜਾਹੀ। ਕਿਉਂਕਿ ਜੋ ਤੁਸੀਂ ਆਪਣੇ ਪੁੱਤਰ ਦਾ ਨਰਾਦਰਤਾ ਇਹ ਨਰਾਦਰ ਕੀਤਾ ਉਹਨਾਂ ਨੂੰ ਸਹਾਰਿਆ ਨਹੀਂ ਜਾਵੇਗਾ। ਤੁਮਰੇ ਤਨ ਤਿਆਗਨ ਕੇ ਆਗੇ। ਤੁਸੀਂ ਤਾਂ ਮਹਾਰਾਜ ਸੱਚਖੰਡ ਨੂੰ ਬਾਅਦ ਵਿੱਚ ਚਾਲਾ ਪਾਓਗੇ। ਮਰ ਹੈ ਹਮ ਦੋਨੋਂ ਦੁਖ ਪਾਗੇ। ਅਸੀਂ ਤੁਹਾਡੇ ਜਿਉਂਦਿਆਂ ਜਿਉਂਦਿਆਂ ਭਾਵ ਸਰੀਰ ਕਰਕੇ ਤੁਹਾਡੇ ਸਨਮੁਖ ਹੀ ਤੁਹਾਡੇ ਜਾਣ ਤੋਂ ਪਹਿਲਾਂ ਅਸੀਂ ਵੀ ਚਾਲਾ ਪਾ ਜਾਵਾਂਗੇ। ਹੋਏ ਨ ਸਕੈ ਸ਼ਰੀਕ ਅਧੀਨ। ਅਸੀਂ ਆਪਣੇ ਸ਼ਰੀਕਾਂ ਦੇ ਅਧੀਨ ਨਹੀਂ ਰਹਿ ਸਕਦੇ। ਜਾਂ ਤੇ ਮਰਬੋ ਨੀਕੇ ਚੀਨ। ਇਸ ਕਰਕੇ ਅਸੀਂ ਆਪਣਾ ਜੀਵਨ ਸਮਾਪਤ ਕਰਨਾ ਹੀ ਸਮਝਿਆ ਹੈ। ਤੁਮ ਪਾਛੇ ਮਰ ਹੈ ਨਹਿ ਆਛੇ। ਤੁਹਾਡੇ ਤੋਂ ਬਾਅਦ ਵੀ ਤੇ ਸਾਡਾ ਮਰਨਾ ਹੀ ਹੋਣਾ ਹੈ। ਸੰਧਿਆ ਪ੍ਰਾਤ ਮਰਨ ਅਬ ਬਾਂਛੇ। ਇਹ ਗੱਲ ਚੰਗੀ ਨਹੀਂ ਵੀ ਤੁਹਾਡੇ ਤੋਂ ਬਾਅਦ ਅਸੀਂ ਮਰਾਂਗੇ। ਤੁਹਾਡੇ ਜਿਉਂਦਿਆਂ ਜੀ ਭਾਵ ਵੀ ਸੰਧਿਆ ਦੇ ਸਮੇਂ ਇਸੇ ਤਰ੍ਹਾਂ ਮਾਤਾ ਨਾਨਕੀ ਜੀ ਕਹਿੰਦੇ ਵੀ ਹੁਣ ਅਸੀਂ ਜੀਵਤ ਨਹੀਂ ਰਹਾਂਗੇ। ਇਤਿਆਦਕ ਬਹੁ ਕੀਨ ਉਚਾਰੀ। ਐਸੀਆਂ ਬੇਨਤੀਆਂ ਮਾਤਾ ਨਾਨਕੀ ਜੀ ਨੇ ਜਦੋਂ ਕੀਤੀਆਂ ਹਨ। ਸੁਨ ਗੁਰ ਕਾਇਲ ਭੇਤ ਤਿਸ ਬਾਰੀ। ਉਸ ਵਕਤ ਮਹਾਰਾਜ ਜੀ ਦਾ ਸਾਧ ਸੰਗਤ ਹਿਰਦਾ ਪ੍ਰੇਮ ਨਾਲ ਭਰਿਆ। ਕਿਉਂਕਿ ਮਾਤਾ ਨਾਨਕੀ ਜੀ ਜਾਣਦੇ ਸਨ ਗੁਰੂ ਕੀ ਸੇਵਾ ਵਿੱਚ ਰਹੇ ਵੀ ਪਦੇ ਸਤਿਗੁਰੂ ਨੂੰ ਕਿਸ ਤਰ੍ਹਾਂ ਰਜਾਉਣਾ ਹੈ। ਇਹ ਮਾਲਕ ਹਨ, ਇਹਨਾਂ ਦੇ ਅੱਗੇ ਨਿਮਾਣੇ ਬਣ ਕੇ ਇਹ ਬੇਨਤੀ ਕਰਨੀ ਪੈਂਦੀ ਹੈ। ਜਿਵੇਂ ਇਹ ਮਾਤਾ ਗੰਗਾ ਜੀ ਨੂੰ ਮਹਾਰਾਜ ਜੀ ਨੇ ਆਖਿਆ ਵੀ ਜਿਵੇਂ ਆਮ ਸਿੱਖ ਸੰਗਤਾਂ ਅਰਦਾਸਾਂ ਕਰਦੀਆਂ ਹੱਥ ਜੋੜ ਕੇ, ਤੁਸੀਂ ਵੀ ਬਾਬਾ ਬੁੱਢਾ ਸਾਹਿਬ ਜੀ ਤੋਂ ਜਾ ਕੇ ਅਰਦਾਸ ਕਰਾਓ। ਇਸੇ ਤਰ੍ਹਾਂ ਮਾਤਾ ਨਾਨਕੀ ਜੀ ਨੇ ਵੀ ਵਿਚਾਰਿਆ ਵੀ ਇਹ ਜਿਹੜੀਆਂ ਸਾਡੇ ਇਹ ਘਰ ਦੀਆਂ ਭਾਵੇਂ ਚੀਜ਼ਾਂ ਹਨ, ਪਰ ਇਹ ਤਾਂ ਸਤਿਗੁਰੂ ਸਾਹਿਬ ਜੀ ਦੇ ਹੱਥ ਵਿੱਚ ਹੈ ਵੀ ਉਹ ਜੇ ਰੀਝ ਜਾਣ ਤੇ ਫਿਰ ਸਾਰਾ ਕੁਝ ਬਖਸ਼ਦੇ ਹਨ। ਇਸ ਕਰਕੇ ਮਾਤਾ ਨਾਨਕੀ ਜੀ ਨੇ ਵਾਰ-ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਇਹ ਨਿਮਾਣੇ ਬਣ ਕੇ ਬੇਨਤੀ ਕੀਤੀ ਹੈ। ਹੁਣ ਜਿਵੇਂ ਆਉਣ ਵਾਲੇ ਸਮੇਂ ਦੀ ਬਾਬਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਰੁਮਾਲ ਦੇਣਗੇ ਮਾਤਾ ਨਾਨਕੀ ਜੀ ਨੂੰ ਅਤੇ ਕਹਿਣਗੇ ਵੀ ਲਓ ਗੁਰਤਾ ਗੱਦੀ ਦਾ ਸਿੰਘਾਸਣ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਖਸ਼ਿਆ ਹੈ। ਇਹ ਬਚਨ ਆਪਾਂ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕਰਾਂਗੇ। ਬੇਅੰਤ ਭੁੱਲਾਂ ਦੀ ਆਪ ਜੀ ਨੇ ਮਾਫੀ ਬਖਸ਼ਣੀ, ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਦੀ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ। ਇਤਿਆਦਕ ਬਹੁ ਕੀਨ ਉਚਾਰੀ। ਸੁਨ ਗੁਰ ਕਾਇਲ ਭੇਤ ਤਿਸ ਬਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।